ਸਾਹਿਬ ਜੀਓ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਹ ਕੋ ਠਾਕੁਰ ਦੇਸਾ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਗੁਰ ਰਾਮਦਾਸ ਗੁਰ ਰਾਮਦਾਸ ਰਾਖੋ ਸ਼ਰਨਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਣ ਸੱਚ ਕਮਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਣ ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ। ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਐ। ਜਿੱਥੈ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ ਜਿੱਥੈ ਜਾਏ ਬਹੀਐ ਭਲਾ ਕਹੀਐ ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਦੇ ਇਸ ਦੀਵਾਨ ਅਸਥਾਨ ਤੋਂ ਰੋਜ਼ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ। ਅੱਜ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਇਸ ਦਰਬਾਰ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਰਾਗ ਵਡਹੰਸ ਹੈ, ਛੰਤ ਹੈ ਇਹ ਸ਼ਬਦ, ਔਰ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਇਸ ਸ਼ੰਤ ਦੇ 4 ਪਦੇ ਨੇ। ਪਹਿਲੇ ਪਦੇ ਦਾ ਪਾਠ ਆਪ ਜੀ ਨੂੰ ਭਾਈ ਸਾਹਿਬ ਜੀ ਨੇ ਸਰਵਣ ਕਰਾ ਦਿੱਤਾ ਹੈ। ਸਾਧ ਸੰਗਤ, ਆਪ ਦੇਸ਼ ਪ੍ਰਦੇਸ਼ ਵਿੱਚ ਬੈਠ ਕੇ ਰੋਜ਼ਾਨਾ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਔਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਇਸ ਤੋਂ ਕਥਾ ਵਿਚਾਰ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਸ਼ਬਦ ਦੀ ਵਿਚਾਰ ਬਾਰੇ ਇੱਕ ਵਾਰ ਬਖਸ਼ਿਸ਼ ਕੀਤੀ ਗੁਰਸਿੱਖਾਂ ਤੇ। ਕਿਉਂ? ਸਿੱਖਾਂ ਦਾ ਪ੍ਰਸ਼ਨ ਸੀ, ਮਹਾਰਾਜ ਇਹ ਜਿਹੜਾ ਮਨ ਟਿਕਦਾ ਨਹੀਂ, ਇਹ ਟਿਕੇ ਕਿਵੇਂ? ਤੇ ਸਤਿਗੁਰਾਂ ਨੇ ਬਹੁਤ ਪਿਆਰਾ ਬਚਨ ਕਿਹਾ। 2 ਸ਼ਬਦ ਸਨ ਸਤਿਗੁਰਾਂ ਦੇ, ਇਤਿਹਾਸਕ ਬੋਲ ਨੇ। ਮਹਾਰਾਜ ਕਹਿੰਦੇ ਨੇ, ਇੱਕ ਤਾਂ ਆਪਣੇ ਜੀਵਨ ਵਿੱਚ ਕਦੀ ਵੀ ਸਤਿਗੁਰੂ ਜੀ ਦੀ ਬਾਣੀ ਦਾ ਨੇਮ ਨਹੀਂ ਤਿਆਗਣਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦਾ ਇੱਕ ਬਚਨ ਹੈ, ਗੁਰੂ ਅਰਜਨ ਸਾਹਿਬ ਜੀ ਦਾ, ਸ਼ਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਹੇ ਪਰਮੇਸ਼ਵਰ ਜੀ, ਸਰੀਰ ਭਾਵੇਂ ਰੋਗੀ ਹੋ ਜਾਏ, ਬਿਮਾਰ ਹੋ ਜਾਏ, ਬੈਠਾ ਵੀ ਨਾ ਜਾਏ, ਤੇ ਭਾਵੇਂ ਇਹ ਬਿਲਕੁਲ ਤੰਦਰੁਸਤ ਹੋਵੇ, ਬਸ ਇੱਕ ਕਿਰਪਾ ਕਰਿਓ, ਸਰੀਰ ਦੀ ਕਮਜ਼ੋਰੀ ਵੇਲੇ ਵੀ ਤੇ ਸਰੀਰ ਦੇ ਅਰੋਗਤਾ ਵੇਲੇ ਵੀ, ਜਿੰਨੀ ਦੇਰ ਤੱਕ ਤੁਸੀਂ ਆ ਜ਼ਿੰਦਗੀ ਦੇ ਦਿਨ ਤੇ ਸਵਾਸ ਦਿੱਤੇ ਨੇ, ਦਾਤਾ ਕਦੀ ਵੀ ਮੈਨੂੰ ਕਰਤਾ ਪੁਰਖ ਵਾਹਿਗੁਰੂ ਉਹਦੀ ਯਾਦ ਨਾ ਭੁੱਲੇ ਤੇ ਮੇਰਾ ਨੇਮ ਨਾ ਕਦੀ ਟੁੱਟੇ। ਸਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਗੁਰੂ ਰਾਮਦਾਸ ਜੀ ਨੇ ਕਿਹਾ, ਇੱਕ ਤਾਂ ਆਪਣਾ ਨੇਮ ਨਹੀਂ ਟੁੱਟਣ ਦੇਣਾ। ਕਈ ਵਾਰੀ ਸਰੀਰ ਨਹੀਂ ਮੰਨਦਾ, ਕਿਉਂਕਿ ਸਰੀਰ ਦਾ ਸੁਭਾਅ ਹੈ ਦੁੱਖ ਸੁੱਖ ਦੇ ਨਾਲ ਰਹਿਣਾ ਜੀ। ਜੇ ਮੰਨ ਲਓ ਬੈਠਿਆ ਨਹੀਂ ਜਾਂਦਾ, ਮੈਂ ਸਰੀਰ ਦੀ ਗੱਲ ਕਰ ਰਿਹਾ,
ਆਪਾਂ ਕੁਰਸੀ ਤੇ ਬੈਠ ਕੇ ਵੀ ਨੇਮ ਨਿਭਾ ਲਈਏ, ਚੌਂਕੜੀ ਨਹੀਂ ਵੱਜਦੀ ਤਾਂ ਜੇ ਇਹ ਵੀ ਕੰਮ ਨਹੀਂ, ਸਰੀਰ ਤੰਗ ਕਰ ਰਿਹਾ ਹੈ, ਕੋਈ ਕਮਜ਼ੋਰ ਹੈ, ਆਪ ਢਾਸਨਾ ਲਾ ਕੇ ਵੀ ਪਾਠ ਕਰ ਸਕਦੇ ਹੋ। ਗੁਰਮੁਖੋ, ਪਾਠ ਨਹੀਂ ਛੱਡਣਾ, ਭਾਵੇਂ ਲੇਟ ਕੇ ਵੀ ਕਰਨਾ ਪਏ। ਮਹਾਰਾਜ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕਿਹਾ, ਊਠਤ ਬੈਠਤ ਸੋਵਤ ਨਾਮ। ਉੱਠਦਿਆਂ ਬਹਿੰਦਿਆਂ ਸੁੱਤਿਆਂ ਨਾਮ ਨਹੀਂ ਤਿਆਗਣਾ, ਕਿਉਂਕਿ ਨਾਮ ਦਾ ਸੰਬੰਧ ਸਾਡੇ ਧੁਰ ਅੰਦਰ ਨਾਲ ਹੈ। ਜਿਸ ਤਰ੍ਹਾਂ ਆਪਾਂ ਅਭਿਆਸ ਕਰਾਂਗੇ, ਆਪ ਜੀ ਜੇ ਲੇਟ ਕੇ ਵੀ, ਲੇਟ ਕੇ ਦਾ ਮਤਲਬ ਜਿਹੜਾ ਸਰੀਰ ਰੋਗੀ ਹੈ, ਲੇਟ ਕੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿਆਂਗੇ ਨਾ, ਤੇ ਸੱਚ ਇਹ ਵੇ ਉਹਦੇ ਵਿੱਚ ਵੀ ਆਨੰਦ ਬਣ ਜਾਏਗਾ। ਮਹਾਰਾਜ ਕਹਿੰਦੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਜਿਹੜੀ ਅੱਜ ਮੈਂ ਵਿਚਾਰ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਹੈ, ਰੋਜ਼ ਹੁਕਮਨਾਮੇ ਸਤਿਗੁਰੂ ਬਖਸ਼ ਰਹੇ ਆ, ਤੇ ਮੈਂ ਪਿਛਲੇ ਦਿਨੀ ਕਿਹਾ, ਕਈ ਵਾਰੀ ਆਪਾਂ ਜਦੋਂ ਕਹਾਣੀ, ਸਾਖੀ, ਕੋਈ ਬਾਹਰਮੁਖੀ ਗੱਲ ਸੁਣਾਉਂਦੇ ਆ ਤੇ ਸਾਡਾ ਅੰਦਰ ਉਤਸ਼ਾਹਤ ਹੁੰਦਾ ਹੈ। ਆਪਾਂ ਵੀ ਸਾਖੀ ਸੁਣਾਉਂਦੇ ਆ, ਜਿਵੇਂ ਪਿਛਲੇ ਦਿਨੀ ਕਿਹਾ, ਪਰ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪਣਾ ਅਸਲੀ ਜਿਹੜਾ ਮਰਕਜ਼ ਹੈ, ਜਿਹੜਾ ਕੇਂਦਰ ਬਿੰਦੂ ਕਹਿ ਲਓ ਜਾਂ ਗੋਲ ਕਹਿ ਲਓ ਜਾਂ ਮੰਜ਼ਿਲ ਕਹਿ ਲਓ, ਉਹ ਸਾਡੀ ਹੈ। ਜਿਹੜਾ ਸ਼ਬਦ ਆਇਆ ਉਹਦੇ ਅੱਖਰੀ ਅਰਥ ਤੇ ਉਸ ਅੱਖਰਾਂ ਨੂੰ ਵਿਆਖਿਆ ਨਾਲ ਖੋਲ੍ਹਣਾ, ਅਰਥਾਂ ਨੂੰ। ਇਸ ਕਰਕੇ ਮੇਰੀ ਬੇਨਤੀ ਹੈ ਜੀ, ਹੁਕਮਨਾਮਾ ਆਪਾਂ ਸਾਰੇ ਸਵੇਰੇ ਸੁਣ ਲੈਂਦੇ ਹਾਂ, ਤੇ ਯਤਨ ਕਰਿਆ ਕਰੀਏ ਉਹਦੇ ਅਰਥ ਭਾਵ ਅਸੀਂ ਵੀ ਭਾਵਨਾ ਨਾਲ ਸੇਵਾ ਕਰ ਸਕੀਏ। ਤੇ ਆਪ ਜੀ ਅਰਥਾਂ ਵੱਲ ਤਵੱਜੋ ਜ਼ਰੂਰ ਦਿਆ ਕਰੋ, ਕਿਉਂਕਿ ਸੰਗਤ ਜਦੋਂ ਅਰਥ ਵੱਲ ਧਿਆਨ ਦੇਵੇਗੀ ਤੇ ਸਾਨੂੰ ਸੰਗਤ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸੇ ਕਰਕੇ ਗੁਰੂ ਰਾਮਦਾਸ ਜੀ ਦੇ ਇਹ ਦੋ ਬੋਲ ਨੇ ਇਤਿਹਾਸਕ। ਮਹਾਰਾਜ ਜੀ ਨੇ ਕਿਹਾ ਕਿ ਨਿਸ ਦਿਨ ਜਿਵੇਂ ਆਪਾਂ ਕੰਮ ਨਹੀਂ ਛੱਡਦੇ, ਇਸੇ ਤਰ੍ਹਾਂ ਬਾਣੀ ਨਹੀਂ ਛੱਡਣੀ, ਤੇ ਇੱਕ ਕੰਮ ਕਰਨਾ, ਨਿਸ ਦਿਨ ਜਿਮ ਘਰ ਕੇ ਕਾਜ ਸੁਧਾਰੇ, ਤਿਆਗੈ ਕਬੂ ਨਾ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣ ਕੀ ਰੁਚ ਮਨ ਠਾਨੀ। ਹੁਣ ਅਗਲੀ ਗੱਲ ਕਥਾ ਲਈ ਕੀਤੀ, ਧਰਿਓ ਅਰਸ਼ ਦੋ ਸ਼ਬਦ ਮਝਾਰਾ। ਜਿਹੜਾ ਸ਼ਬਦ ਤੁਸੀਂ ਪੜ੍ਹ ਰਹੇ ਹੋ, ਜਦੋਂ ਉਹਦੇ ਅਰਥ ਨੇ, ਜਿਹੜਾ ਸ਼ਬਦ ਦੇ ਅਰਥ ਨੇ, ਬਾਰ-ਬਾਰ ਉਰ ਕਰੋ ਵਿਚਾਰਾ। ਉਹਨਾਂ ਅਰਥਾਂ ਨੂੰ ਵਾਰ-ਵਾਰ ਫੁਰਨਿਆਂ ਦੇ ਰੂਪ ਵਿੱਚ ਆਪਣੇ ਮਨ ਵਿੱਚ ਵਿਚਾਰੋ। ਤੇ ਫਿਰ ਕੀ ਕਰੀਏ? ਮਹਾਰਾਜ ਕਹਿੰਦੇ, ਜੋ ਸਤਿਗੁਰੂ ਹੁਕਮ ਦਿੰਦੇ ਨੇ, ਉਸ ਅਰਥ ਨੂੰ, ਉਸ ਸ਼ਬਦ ਦੇ ਅਰਥ ਨੂੰ ਵਿਚਾਰੋ। ਵਿਚਾਰਨ ਤੋਂ ਬਾਅਦ ਤੇ ਜਿਹੜੀ ਕਿਰਿਆ ਆਪਾਂ 8 ਪਹਿਰਾਂ 'ਚ ਕੀਤੀ, ਕਿਰਿਆ ਦਾ ਮਤਲਬ ਜੋ ਕੁਝ ਆਪਾਂ ਕੰਮ ਕੀਤੇ, ਸ਼ਬਦ ਦੀ ਵਿਚਾਰ ਨਾਲ ਇੱਕ ਪਲੜੇ 'ਚ ਸ਼ਬਦ ਪਾਲੋ ਵਿਚਾਰ, ਦੂਜੇ ਪਲੜੇ ਵਿੱਚ ਆਪਣੇ ਕਰਮ ਪਾਲੋ, ਤੇ ਦੋਨਾਂ ਨੂੰ ਜੋਕ ਕੇ ਦੇਖ ਲਓ ਕਿ ਮੇਰੇ ਕਰਮ ਉਸ ਵਿਚਾਰ ਅਨੁਸਾਰ ਹਨ ਜਿਹੜੀ ਸਤਿਗੁਰੂ ਨੇ ਅੱਜ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ। ਫਿਰ ਮੇਰੀ ਅਰਜ਼ ਹੈ, ਅਰਥ ਦਾ ਮਤਲਬ, ਕਥਾ ਦਾ ਮਤਲਬ ਜੋ ਸਤਿਗੁਰਾਂ ਨੇ ਕਿਹਾ, ਕੇਵਲ ਆਪ ਜੀ ਨਹੀਂ, ਅਸੀਂ ਕਹਿਣ ਵਾਲੇ ਵੀ। ਮਹਾਰਾਜ ਕਹਿੰਦੇ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ-ਬਾਰ ਉਰ ਕਰੋ ਵਿਚਾਰਾ। ਅਗਲਾ ਬਚਨ, ਕਿਆ ਗੁਰ ਕਹੈ ਕਰੈ ਹਮ ਕਹਾਂ। ਗੁਰੂ ਜੀ ਕੀ ਕਹਿ ਰਹੇ ਨੇ ਤੇ ਮੈਂ ਕੀ ਕਰ ਰਿਹਾ ਹਾਂ? ਕਿਆ ਗੁਰ ਕਹੈ ਕਰੈ ਹਮ ਕਹਾਂ। ਮਹਾਰਾਜ ਕਹਿੰਦੇ, ਸਨੈ ਸਨੈ ਮਨ ਮੋਰੋ ਮਹਾ। ਜੋ ਰੋਜ਼ ਇਸੇ ਤਰ੍ਹਾਂ ਅਰਥ ਵਿਚਾਰ ਕੇ ਮਨ ਨੂੰ ਪੁੱਛਾਂਗੇ, ਤੇ ਮਹਾਰਾਜ ਕਹਿੰਦੇ, ਜਿਹੜਾ ਮਨ ਕਦੀ ਨਹੀਂ ਟਿਕਿਆ ਨਾ, ਸ਼ਬਦ ਵਿਚਾਰ ਨਾਲ ਇਹ ਮਨ ਟਿਕਣਾ ਸ਼ੁਰੂ ਹੋ ਜਾਏਗਾ। ਪਰ ਸ਼ਰਤ ਇਹਨੂੰ ਪੁੱਛਣਾ ਪਏਗਾ, ਤੂੰ ਕੀ ਕਰ ਰਿਹਾ ਤੇ ਗੁਰੂ ਜੀ ਕੀ ਕਹਿ ਰਹੇ ਆ। ਇਸ ਕਰਕੇ ਆਓ ਜੀ, ਗੁਰੂ ਨਾਨਕ ਸਾਹਿਬ ਦੇ ਇਹਨਾਂ 4 ਪਦਿਆਂ ਦੇ ਅੱਖਰੀ ਅਰਥ ਵੀ, ਲੰਬੇਰਾ ਸ਼ਬਦ ਹੈ, ਇਸ ਦੇ ਭਾਵ ਅਰਥ ਵੀ ਜਿੰਨੀ ਕੁ ਸਮੇਂ ਅਨੁਸਾਰ ਵਿਆਖਿਆ ਹੋ ਸਕੀ ਆਪਾਂ ਕਰਾਂਗੇ। ਆਪ ਜਿਤਨੇ ਇੱਥੇ ਬੈਠੇ ਹੋ, ਮੈਨੂੰ ਪਤਾ ਇਸ ਵਕਤ ਆਪਣੇ ਘਰਾਂ 'ਚ ਆਪ ਅਣਗਿਣਤ ਸੰਗਤਾਂ ਅਸੀਸ ਦੇਣ ਵਾਸਤੇ ਬੈਠੇ ਹੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ।
ਸ਼ੰਤ ਵਡਹੰਸ ਰਾਗ ਹੈ ਤੇ ਆਦ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਸਿਫਤ ਆਪਾਂ ਪਿਛਲੇ ਦਿਨਾਂ ਤੋਂ ਵੀ ਕਰ ਰਹੇ ਹਾਂ। ਆਦ ਗੁਰੂ ਜੀ ਕਹਿ ਲੋ ਜਾਂ ਅਸੀਂ ਸ਼ਬਦ ਵਰਤਨੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗੁਰੂ ਪੰਚਮ ਪਿਤਾ ਜੀ ਦਾ ਬਚਨ ਹੈ ਕਿ ਜਿਸ ਇਨਸਾਨ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣ ਲਿਆ, ਜਿਸ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰ ਲਏ, ਉਹ ਬੰਦਾ ਜਨਮ ਮਰਨ ਦੇ ਦੁੱਖ ਤੋਂ ਬਚ ਜਾਂਦਾ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਨ੍ਹਾਂ ਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ, ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੇ ਜਵਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਰਾਗ ਵਡਹੰਸ ਦੇ ਅੰਦਰ ਇਹ ਅੰਮ੍ਰਿਤ ਬਚਨ ਸ਼ੰਤ ਰੂਪ ਵਿੱਚ ਉਚਾਰਨ ਕੀਤੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਸਤੂ ਨਿਰਦੇਸ਼ ਮੰਗਲ ਹੈ ਜੀ। ਆਰੰਭ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ, ਉਸ ਜੈਸਾ ਹੋਰ ਕੋਈ ਨਹੀਂ। ਇੱਕ ਓੰਕਾਰ ਨੂੰ ਪ੍ਰਾਪਤੀ ਦਾ ਵਸੀਲਾ ਜੋ ਹੈ ਉਹ ਸੱਚੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਕਿਰਪਾ ਹੈ। ਸਤਿਗੁਰੂ ਕਿਰਪਾ ਨਾਲ ਇੱਕ ਓੰਕਾਰ ਦਾ ਮਿਲਾਪ ਹੁੰਦਾ ਹੈ। ਕਾਇਆ ਕੂੜ ਵਿਗਾੜ। ਸਤਿਗੁਰੂ ਇਸ ਅੰਮ੍ਰਿਤ ਬਚਨ ਵਿੱਚ ਬਖਸ਼ਿਸ਼ ਕਰ ਰਹੇ ਆ। ਪਹਿਲੀਆਂ ਤੁਕਾਂ ਕਾਇਆ ਕੂੜ ਵਿਗਾੜ। ਕਾਇਆ ਦਾ ਲਫ਼ਜ਼ੀ ਅਰਥ ਹੈ ਜੀ ਸਾਡਾ ਸਰੀਰ, ਸਾਡਾ ਵਜੂਦ, ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰ ਕਿਹਾ, ਦੇਹ ਕਿਹਾ, ਗਾਤ ਕਿਹਾ, ਤਨ ਕਿਹਾ, ਕਾਇਆ ਕਿਹਾ। ਇਹ ਸ਼ਬਦ ਸਤਿਗੁਰਾਂ ਨੇ ਵਰਤੇ। ਕੂੜ ਇਹਦਾ ਲਫ਼ਜ਼ੀ ਅਰਥ ਵੈਸੇ ਝੂਠ ਹੈ, ਪਰ ਇਹਦਾ ਭਾਵ ਅਰਥ ਕੀ ਹੈ? ਮਹਾਰਾਜ ਜੀ ਨੇ ਕਾਇਆ ਕੂੜ ਵਿਗਾੜ, ਇਹਦਾ ਅਰਥ ਕਰਾਂਗੇ ਵਾਸ਼ਨਾ, ਮਾਇਆ ਦਾ ਮੋਹ ਸੱਜਣਾ ਨੇ ਕੀਤਾ। ਅਸਲ 'ਚ ਕੀ ਹੈ? ਇਸ ਕਾਇਆ ਦੇ ਵਿੱਚ ਜਿਹੜਾ ਵਿਗਾੜ ਪੈਦਾ ਹੋ ਗਿਆ, ਵਿਗਾੜ ਦਾ ਅਰਥ ਕਰਾਂਗੇ ਮੈਲ। ਇਸ ਕਾਇਆ ਵਿੱਚ ਜਿਹੜੀ ਮੈਲ ਆਈ ਹੈ, ਜਿਹੜਾ ਇਹਦਾ ਵਿਗਾੜ ਹੋ ਗਿਆ ਹੈ, ਉਹ ਅਸਲ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸ਼ਨਾ ਰੂਪੀ ਕੂੜ ਨੇ ਨੂੰ ਵਿਗਾੜ ਦਿੱਤਾ। ਫਿਰ ਬੇਨਤੀ, ਕਾਇਆ ਕੂੜ ਵਿਗਾੜ। ਇਸ ਕਾਇਆ ਵਿੱਚ ਜਿਹੜਾ ਖਰਾਬੀ ਆ ਗਈ, ਕਹਿ ਲਓ ਸਿੱਧੇ ਅਰਥ ਕਰੀਏ, ਇਸ ਕਾਇਆ ਵਿੱਚ ਜਿਹੜੀ ਮੈਲ ਆ ਗਈ ਹੈ ਉਹ ਦਰਅਸਲ ਵਾਸ਼ਨਾ ਨੇ ਪੈਦਾ ਕਰ ਦਿੱਤੀ। ਇਸ ਅੰਦਰ ਮਨ ਨੂੰ ਮੈਲਿਆਂ ਕਰ ਦਿੱਤਾ ਹੈ। ਕਾਹੇ ਨਹਾਈਐ। ਹੁਣ ਕਾਇਆ ਦੇ ਅੰਦਰ ਵਾਸ਼ਨਾ ਦੀ ਮੈਲ ਹੈ। ਇਨਸਾਨ ਕੀ ਕਰ ਰਿਹਾ ਹੈ ਕਿ ਉਸ ਮੈਲ ਨੂੰ ਧੋਣ ਦੀ ਬਜਾਏ ਉਹ ਬਾਹਰ ਮੁਖੀ ਇਸ਼ਨਾਨ ਕਰਨ ਤੇ ਜ਼ੋਰ ਦੇ ਰਿਹਾ ਹੈ। ਕਾਹੇ ਨਹਾਈਐ। ਜੇ ਕਾਇਆ ਵਿੱਚ ਵਿਗਾੜ ਹੈ, ਮਨ ਵਿੱਚ ਵਿਗਾੜ ਹੈ, ਅੰਦਰ ਵਾਸ਼ਨਾ ਨੇ ਮਨ ਬਿਲਕੁਲ ਕਾਲਾ ਸ਼ਾਹ ਕਰ ਦਿੱਤਾ ਹੈ, ਤੇ ਸੱਚੀ ਸਰਕਾਰ ਧੰਨ ਗੁਰੂ ਨਾਨਕ ਦੇਵ ਸੱਚੇ ਪਿਤਾ ਕਹਿ ਰਿਹਾ, ਫਿਰ ਨਹਾਣ ਦਾ ਕੀ ਫਾਇਦਾ? ਕਾਇਆ ਕੂੜ ਵਿਗਾੜ ਕਾਹੇ ਨਹਾਈਐ। ਕਾਇਆ ਵਿੱਚ ਵਾਸ਼ਨਾ ਨੇ ਮੈਲ ਭਰ ਦਿੱਤੀ, ਵਿਗਾੜ ਦਿੱਤੀ, ਖਰਾਬੀ ਪੈਦਾ ਕੀਤੀ, ਫਿਰ ਬਾਹਰ ਮੁਖੀ ਕੀ ਨਹਾਣਾ ਹੋਇਆ? ਨਹਾਤਾ ਸੋ ਪ੍ਰਵਾਨ। ਸਤਿਗੁਰੂ ਕਹਿੰਦੇ ਨੇ ਹਾਂ ਨਹਾਣਾ ਹੈ, ਪਰ ਉਸ ਬੰਦੇ ਦਾ ਹੀ ਨਹਾਤਾ ਹੋਇਆ ਸਵੀਕਾਰ ਹੈ, ਉਸ ਬੰਦੇ ਦਾ ਹੀ ਨਹਾਤਾ ਹੋਇਆ ਪ੍ਰਵਾਨ ਹੈ। ਸੱਚ ਕਮਾਈਐ। ਜਿਸ ਬੰਦੇ ਨੇ ਸੱਚ ਨੂੰ ਕਮਾ ਲਿਆ, ਆਪਣੀ ਜ਼ਿੰਦਗੀ 'ਚ ਸੱਚ ਨੂੰ ਧਾਰਨ ਕੀਤਾ, ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਕਾਇਆ ਵਿੱਚ ਵਾਸ਼ਨਾ ਨੇ ਖਰਾਬੀ ਪੈਦਾ ਕੀਤੀ ਹੈ, ਉਸ ਖਰਾਬੀ ਵੱਲ ਤੇ ਧਿਆਨ ਨਹੀਂ ਦੇ ਰਿਹਾ, ਬਾਹਰ ਮੁਖੀ ਚਮੜੀ ਕਰਕੇ ਇਸ਼ਨਾਨ ਕਰ ਰਿਹਾ। ਤੇ ਨਾਲ ਮਹਾਰਾਜ ਜੀ ਨੇ ਕਿਹਾ, ਭਾਈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਨਹਾਣਾ ਨਹੀਂ। ਕਹਿੰਦੇ ਨਹਾਤਾ ਵੀ ਉਸ ਬੰਦੇ ਦਾ ਪ੍ਰਵਾਨ ਹੈ ਜਿਨ੍ਹੇ ਆਪਣੇ ਜੀਵਨ ਵਿੱਚ ਸੱਚ ਨੂੰ ਕਮਾ ਲਿਆ ਹੈ। ਥੋੜ੍ਹਾ ਜਿਹਾ ਆਪਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਕਰ ਲੈਂਦੇ ਹਾਂ ਜੀ, ਕਿਉਂਕਿ ਆਪ ਜੀ ਕਿਸੇ ਵੀ ਧਰਮ ਨੂੰ ਪੜ੍ਹੋਗੇ, ਜਿਹੜੇ ਸਹੀ ਅਰਥਾਂ ਵਿੱਚ ਉਸ ਧਰਮ ਨੂੰ ਫਾਲੋ ਕਰਦੇ ਨੇ ਜਾਂ ਧਰਮ ਕਮਾਉਂਦੇ ਨੇ, ਸਾਰੇ ਸਿਆਣਿਆਂ ਦੀ ਗੱਲ ਇੱਕੋ ਹੀ ਹੁੰਦੀ ਹੈ। ਸਾਡੇ ਪੰਜਾਬੀ ਵਿੱਚ ਇੱਕ ਕਹਾਵਤ ਹੈ, 100 ਸਿਆਣਿਆਂ ਇੱਕੋ ਮੱਤ, ਮੂਰਖ ਆਪੋ ਆਪਣੀ।
ਸਿਆਣਾ ਬੰਦਾ ਪੰਜਾਬ 'ਚ ਬੋਲੇ, ਸਿਆਣਾ ਬੰਦਾ ਗੁਜਰਾਤ 'ਚ ਬੋਲੇ, ਸਿਆਣਾ ਬੰਦਾ ਕਿਤੇ ਯੂਰਪ ਵਿੱਚ ਬੋਲੇ, ਸਿਆਣੇ ਬੰਦਿਆਂ ਦੀ ਸੋਚ ਇੱਕੋ ਜਿਹੀ ਹੋਵੇਗੀ। ਮੂਰਖ ਬੰਦੇ ਭਾਵੇਂ ਇੱਕ ਪਿੰਡ 'ਚ ਇਕੱਠੇ ਕਰ ਲਓ, ਸਾਰਿਆਂ ਦੀ ਗੱਲ ਵੱਖਰੀ ਵੱਖਰੀ ਹੋਵੇਗੀ। ਜਿਹੜੀ ਰੂਹਾਨੀਅਤ ਸੱਚਾਈ ਹੈ ਇਹ ਸਭ ਥਾਂ ਇੱਕੋ ਹੋਵੇਗੀ। ਪਖੰਡ, ਪਰਪੰਚ, ਭੇਖ, ਠੱਗਾਂ ਦਾ ਮਹਿਕਮਾ ਵੱਖਰਾ ਵੱਖਰਾ ਸਾਨੂੰ ਜ਼ਰੂਰ ਪ੍ਰਤੀਤ ਹੋਵੇਗਾ। ਅਸਲ 'ਚ ਕਾਰਨ ਕੀ ਹੈ? ਭਾਰਤ ਵਰਸ਼ ਦੇ ਵਿੱਚ ਤੀਰਥ ਇਸ਼ਨਾਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਤੀਰਥ ਇਸ਼ਨਾਨ ਕਰਨ ਨਾਲ ਮੈਲ ਧੁੱਪ ਜਾਂਦੀ ਹੈ। ਗੁਰਮਤਿ ਨੇ ਆਪਣਾ ਨਜ਼ਰੀਆ ਇਹ ਪੇਸ਼ ਕੀਤਾ ਹੈ ਕਿ ਜੇ ਇਨਸਾਨ ਬਾਹਰ ਮੁਖੀ ਸਰੀਰਕ ਇਸ਼ਨਾਨ ਕਰ ਰਿਹਾ ਹੈ, ਪਰ ਜਿਹੜੀ ਅੰਦਰ ਮੈਲ ਬਿਮਾਰੀ ਜਿਹੜੀ ਅੰਦਰ ਪਈ ਹੈ ਉਸ ਵਾਲੇ ਪਾਸੇ ਧਿਆਨ ਨਹੀਂ ਦੇ ਰਿਹਾ, ਫਿਰ ਉਸ ਦਾ ਬਾਹਰ ਦਾ ਕੀਤਾ ਹੋਇਆ ਇਸ਼ਨਾਨ ਕੋਈ ਅਰਥ ਨਹੀਂ ਰੱਖਦਾ ਜੋ ਉਸ ਬੰਦੇ ਦੇ ਅੰਦਰ ਦੀ ਮੈਲ ਨਹੀਂ ਧੁੱਪਦੀ। ਤਾਂ ਮੈਂ ਆਪ ਨੂੰ ਇੱਕ ਬੇਨਤੀ ਹੋਰ ਕਰਾਂ, ਜੇ ਇਸ ਪਦੇ ਨੂੰ ਥੋੜਾ ਜਿਹਾ ਸੌਖੇ ਅਰਥਾਂ 'ਚ ਸਮਝਣਾ ਹੋਵੇ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਤੁਕਾਂ ਕੁਛ ਲਵਾਂਗੇ। ਇੱਕ ਤਾਂ ਬੇਨਤੀ ਇਹ ਵੇ ਜੀ, ਅੰਦਰ ਮੈਲ ਹੈ, ਉਹ ਮੈਲ ਕਾਹਦੀ ਹੈ? ਆ ਬਾਹਰ ਮੁਖੀ ਨਹੀਂ। ਬਾਹਰ ਤਾਂ ਬੰਦਾ ਹੈ ਪ੍ਰਬੰਧ ਪੂਰੇ ਕਰ ਲੈਂਦਾ ਹੈ ਕਿ ਉਸ ਨੇ ਆਪਣੇ ਕੱਪੜੇ ਸਾਫ ਸੁਥਰੇ ਪਾਏ, ਕਮਰਾ ਸਾਫ ਸੁਥਰਾ ਹੈ, ਮੈਲ ਕੋਈ ਨਹੀਂ ਲੱਗਣ ਦਿੰਦਾ। ਪਿਆਰਿਓ, ਬਾਹਰ ਦੀ ਮੈਲ ਅਸਥੂਲ ਹੈ, ਦਿਸਦੀ ਹੈ। ਦਿਸਦੀ ਕੋਈ ਮੈਲ ਦਿਸਦੇ ਹੋਏ ਪਦਾਰਥ ਨਾਲ ਧੁੱਪ ਜਾਏਗੀ, ਅੰਦਰ ਦੀ ਮੈਲ ਦਿਸਦੀ ਕੋਈ ਨਹੀਂ। ਪਰ ਜਿਹੜੀ ਅਣਦਿਸਦੀ ਹੈ ਉਹਨੂੰ ਬਾਹਰ ਦੇ ਸਥੂਲਤਾ ਨਾਲ ਨਹੀਂ ਧੁੱਪ ਸਕਦੀ, ਉਹ ਸਿਰਫ ਧੁੱਪ ਸਕਦੀ ਹੈ ਤੇ ਅੰਦਰ ਦੀ ਸੂਖਸ਼ਮਤਾ ਨਾਲ ਹੀ ਧੁੱਪ ਸਕਦੀ ਹੈ। ਫਿਰ ਅਰਜ਼ ਹੈ, ਆਓ ਥੋੜਾ ਜਿਹਾ ਪਾਠ ਅਸੀਂ ਜਪਜੀ ਸਾਹਿਬ ਚੋਂ ਕਰੀਏ। ਮਹਾਰਾਜ ਜੀ ਦੀ ਇਸ ਪੌੜੀ ਦਾ ਪਾਠ ਕਿ ਭਰੀਐ ਹੱਥ ਪੈਰ ਤਨ ਦੇਹ, ਇਹ ਸਥੂਲ ਹੈ ਜੀ। ਕਿਸੇ ਬੰਦੇ ਦੇ ਹੱਥ ਭਰੇ ਜਾਣ, ਪੈਰ ਭਰੇ ਜਾਣ, ਉਸ ਦੀ ਪੂਰੀ ਦੇਹ ਉਹ ਮਿੱਟੀ ਨਾਲ ਭਰੀ ਜਾਏ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਹੈ, ਸਥੂਲ ਹੈ ਨਾ, ਪਾਣੀ ਪਾਓਗੇ ਤੇ ਮੈਲ ਧੁੱਪ ਜਾਏਗੀ। ਮਹਾਰਾਜ ਬਚਨ ਕਰ ਰਿਹਾ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ। ਉਸ ਤੋਂ ਅਗਲਾ ਸ਼ਬਦ ਹੈ ਮੂਤ ਪਲੀਤੀ ਕੱਪੜ ਹੋਏ। ਪਰ ਇਸ ਤੋਂ ਅੱਗੇ ਜੇ ਕਿਸੇ ਦੇ ਵਸਤਰਾਂ ਨੂੰ ਮਲ ਮੂਤਰ ਲੱਗ ਜਾਏ, ਇਕੱਲਾ ਪਾਣੀ ਕੰਮ ਨਹੀਂ ਕਰੇਗਾ। ਪਾਣੀ ਬੰਦਾ ਉੱਤੇ ਪਾ ਦੇਗਾ ਕੱਪੜੇ ਦੇ, ਪਰ ਉਹਦੇ ਅੰਦਰ ਜਿਹੜੀ ਦੁਰਗੰਧੀ ਹੈ ਉਹ ਇਕੱਲੇ ਪਾਣੀ ਨਾਲ ਨਹੀਂ ਜਾਣੀ। ਮਹਾਰਾਜ ਕਹਿੰਦੇ ਉੱਥੇ ਫਿਰ ਇੱਕ ਕੰਮ ਹੋਰ ਕਰਨਾ ਪੈਣਾ, ਕਿਉਂਕਿ ਮੈਲ ਜ਼ਿਆਦਾ ਹੈ। ਉਸ ਨੂੰ ਫਿਰ ਸਾਬਣ ਨਾਲ ਧੋਈ। ਅਸੀਂ ਸਾਰੇ ਪਾਠ ਕਰਨੇ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਪਿਆਰਿਓ, ਉਹਨੂੰ ਸਾਬਣ ਕਿਹੜਾ? ਅੱਗੇ ਜਦੋਂ ਅੰਦਰ ਮੈਲ ਜਿਹੜੀ ਹੈ ਧੋ ਮਨ ਵਿੱਚ ਪੈ ਜਾਏ, ਮਤ ਵਿੱਚ ਮੈਲ ਪੈ ਜਾਏ, ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ। ਉੱਥੇ ਵੇਖੋ ਪਾਣੀ ਵੀ ਵਰਤਿਆ, ਉੱਥੇ ਸਾਬਣ ਵੀ ਵਰਤਿਆ। ਪਰ ਮੈਨੂੰ ਬੇਨਤੀ ਹੈ, ਜਿਹਦੀ ਮਤ ਮੈਲੀ ਹੋ ਗਈ, ਕਿਹੜਾ ਡਿਟਰਜੈਂਟ, ਕਿਹੜਾ ਸਾਬਣ ਤੇ ਕਿਹੜਾ ਪਾਣੀ ਉਹਦੀ ਮੱਤ 'ਚ ਜਾਊਗਾ ਜੀ? ਫਿਰ ਅਰਜ਼ ਹੈ, ਬਾਹਰ ਦੀ ਮੈਲ ਨੂੰ ਪਾਣੀ ਧੋ ਦੇਗਾ, ਤੁਰ ਅੰਦਰ ਪਈ ਹੋਈ ਜਨਮਾਂ ਜਨਮਾਂ ਦੀ ਮੈਲ ਨੂੰ ਗੁਰੂ ਕੀ ਬਾਣੀ ਧੋ ਦੇਗੀ। ਸ਼ਬਦ ਧੋ ਸਕਦਾ ਹੈ ਜੀ। ਮਹਾਰਾਜ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਅੰਦਰ ਦੀ ਮੈਲ ਸਿਰਫ ਸੱਚ ਐਵੇਂ ਨਾਮ ਨਾਲ ਧੁੱਪਦੀ ਏ। ਤੇ ਪਿਆਰਿਓ, ਜਿਹਦਾ ਅੰਦਰ ਧੁੱਪ ਜਾਏ ਨਾ, ਉਹਦਾ ਬਾਹਰ ਦਾ ਪਿੰਡਾ ਵੀ ਧੋਤਾ ਹੋਇਆ ਪ੍ਰਵਾਨ ਹੈ। ਪਰ ਜੇ ਅੰਦਰ ਮੈਲ ਹੈ, ਜੋ ਅੱਜ ਮਹਾਰਾਜ ਨੇ ਕਿਹਾ ਕਾਇਆ ਕੂੜ ਵਿਗਾੜ, ਅੰਦਰ ਮੈਲ ਬਾਹਰ ਨਹਾਣੇ ਪਏ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਅਸੀਂ ਹੋਰ ਲੈਨੇ, ਇਹਨੂੰ ਦਵੈਸ 'ਚ ਨਹੀਂ ਲਿਜਾਣਾ ਜੀ। ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਟਾਰਗੇਟ ਰੱਖ ਕੇ ਪ੍ਰਮਾਣ ਦੇਣੇ ਸ਼ੁਰੂ ਕਰ ਦਿੰਦੇ। ਯਾਦ ਰੱਖਿਓ, ਉਸ ਕਥਾ ਦੀ ਉਮਰ ਬਿਲਕੁਲ ਛੋਟੀ ਹੁੰਦੀ ਹੈ। ਮੈਂ ਬੇਨਤੀ ਕਰ ਲੱਗਾ, ਕਿਉਂਕਿ ਉਸ ਕਥਾ ਵਿੱਚ ਸਾਡੇ ਅੰਦਰ ਦੀ ਦਵੈਸ਼ ਕੰਮ ਕਰ ਰਹੀ ਹੈ। ਪਰ ਜਦੋਂ ਸਤਿਗੁਰੂ ਉਪਦੇਸ਼ ਦਿੰਦੇ ਨੇ, ਉਹ ਜ਼ਿੰਦਗੀ ਸੁਧਾਰਨ ਵਾਸਤੇ ਦਿੰਦੇ ਨੇ। ਗੁਰੂ ਜੀ ਕਦੀ ਦਵੈਸ਼ 'ਚ ਨਹੀਂ ਬੋਲਦੇ। ਗੁਰੂ ਦੇ ਸ਼ਬਦ, ਸਤਿਗੁਰਾਂ ਦੇ ਸ਼ਬਦ 'ਚ ਕੋਈ ਮੈਲ ਨਹੀਂ। ਹੁਣ ਕਈ ਵਾਰੀ ਬੰਦੇ ਬਾਹਰ ਮੁਖੀ ਇੰਨਾ ਕੁ ਪ੍ਰਪੰਚ ਚੱਲਦਾ ਕਿ ਸ਼ਬਦ ਨਹੀਂ ਪੜ੍ਹਨਾ, ਬਾਣੀ ਨਹੀਂ ਪੜ੍ਹਨੀ। ਮੰਨ ਲਓ ਮੈਂ ਕਈ ਬੰਦੇ ਐਸੇ ਦੇਖੇ ਜੀ ਕਿ ਉਹ ਅਸੀਂ ਜੀ ਇਸ਼ਨਾਨ ਕਰਨ ਚੱਲੇ ਹਾਂ, ਅਸੀਂ ਫਲਾਣੇ ਅਸਥਾਨ ਦੀ ਯਾਤਰਾ ਕਰਨ ਚੱਲੇ ਹਾਂ। ਸਾਰੇ ਨਹੀਂ ਜੀ,
ਬਹੁਤ ਜ਼ਿਆਦਾ, ਬਹੁਤ ਘੱਟ ਨੇ ਜਿਹੜੇ ਕਮਾਈ ਕਰਕੇ ਉਹ ਜਦੋਂ ਘਰੋਂ ਤੁਰਦੇ ਆ, ਇਹਨੂੰ ਨੈਗੇਟਿਵਿਟੀ ਨੂੰ ਲਿਆ ਜੇ ਕਿ ਟ੍ਰੇਨ 'ਚ ਸਫ਼ਰ ਕਰ ਰਹੇ ਆ, ਰਸਤੇ ਹੱਸੀ ਜਾਣਗੇ ਜੀਭ ਦੇ ਚਸਕੇ। ਮੈਂ ਖਿਮਾ ਕਰਿਓ, ਇੱਥੋਂ ਤੱਕ ਬੰਦੇ ਦੇਖਿਆ ਜਦੋਂ ਘਰੋਂ ਹੀ ਇਸ਼ਨਾਨ ਕਰਨ ਆਉਂਦੇ ਆ, ਰਸਤੇ ਵਿੱਚ ਕਈ ਵਾਰੀ ਉਹ ਨਸ਼ੇ ਦੀ ਵਰਤੋਂ ਵੀ ਕਰਦੇ ਆ। ਪਿਆਰਿਓ, ਉਹਨਾਂ ਦਾ ਇਸ਼ਨਾਨ ਕੀ ਕਰੂਗਾ? ਮੈਂ ਅਕਸਰ ਕਹਿਣਾ ਹੁੰਦਾ, ਜੇ ਸ੍ਰੀ ਦਰਬਾਰ ਸਾਹਿਬ ਵੀ ਆਏ ਹਾਂ, ਇੱਥੇ ਇੱਕ ਭਾਵਨਾ ਲੈ ਕੇ ਆਈਏ। ਇੱਥੇ ਸਤਿਗੁਰਾਂ ਨੇ ਪਾਣੀ ਤੇ ਬਾਣੀ ਦਾ ਸੁਮੇਲ ਕੀਤਾ ਹੋਇਆ। ਯਾਦ ਰੱਖਿਓ, ਇੱਥੇ ਨਿਰੰਤਰ ਗੁਰੂ ਕਾ ਸ਼ਬਦ ਸਦੀਆਂ ਤੋਂ ਗੂੰਜਦਾ ਪਿਆ ਹੈ। ਉਸਨੇ ਪਾਣੀ ਉੱਪਰ ਆਪਣਾ, ਜਲ ਉੱਪਰ ਆਪਣਾ ਪ੍ਰਭਾਵ ਪਾਇਆ ਹੈ। ਜਦੋਂ ਸਿੱਖ ਇੱਥੇ ਹੱਥੀਂ ਭਾਂਡੇ ਮਾਂਜਦਾ ਹੈ, ਬੈਠ ਕੇ ਕੀਰਤਨ ਸੁਣਦਾ ਹੈ, ਇਸ਼ਨਾਨ ਕਰਦਾ ਹੈ, ਤੇ ਗੁਰੂ ਚਰਨਾਂ 'ਚ ਬੇਨਤੀ ਕਰਕੇ ਜਾਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰੇ ਧੁਰ ਅੰਦਰ ਦੀ ਮੈਲ ਨੂੰ ਸ਼ਬਦ ਨਾਲ ਧੋ ਦਿਓ। ਸੱਚ ਇਹ ਵੇ ਕਿ ਸ਼ਬਦ ਦੀ ਕਮਾਈ ਨਾਲ ਬੰਦੇ ਦਾ ਅੰਦਰ ਬਿਲਕੁਲ ਸਵੱਛ ਹੋ ਜਾਂਦਾ ਹੈ। ਤੇ ਜੇ ਆਪਾਂ ਇਸ ਬਿਰਤੀ ਨਾਲ ਆਈਏ, ਇਹਦੇ 'ਚ ਆਪਾਂ ਇਹ ਦੋਸ਼ ਨਹੀਂ ਕਰਨਾ ਹੁੰਦਾ, ਕਿਉਂਕਿ ਸਾਡਾ ਇੱਕ ਸੁਭਾਅ ਹੈ, ਆਪਣੀ ਗਲਤੀ ਨੂੰ ਅਸੀਂ ਗੁਰੂ ਵੱਲ ਲੈ ਜਾਂਦੇ ਹਾਂ। ਦੇਖੋ ਜੀ, ਉੱਥੇ ਆਹ ਕੁਝ ਹੁੰਦਾ ਹੈ ਜੀ, ਉਹ ਫਲਾਣਾ ਬੰਦਾ ਆਹ ਕਰਦਾ ਹੈ। ਮੈਂ ਇੱਕ ਬੇਨਤੀ ਕਰਾਂ, ਪਹਿਲਾਂ ਵੀ ਸੀ, ਅੱਜ ਵੀ ਹੈ, ਤੇ ਅਗਾਂ ਵੀ ਰਹਿਣਾ ਹੈ। ਇਸ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ। ਸਭ ਅੱਛਾ ਕਦੀ ਨਹੀਂ ਹੋਇਆ। ਤੇ ਹੁਣ ਇਹਦੇ ਅਰਥ ਇਹ ਨਾ ਕਰਿਓ ਜੀ ਇਹ ਜੀ ਸ਼ਾਇਦ ਇਹ ਭੈੜੇ ਕਰਮਾਂ ਦਾ ਇਹ ਆਪਣਾ ਪ੍ਰੋੜਤਾ ਕਰ ਰਹੇ। ਨਹੀਂ ਪਿਆਰਿਓ, ਜਿਸ ਦਿਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੱਥਾ ਟੇਕਣ ਆਏ ਸਰੋਵਰ, ਤਾਂ ਉਦਣ ਵੀ ਸੀ, ਸ਼੍ਰੀ ਹਰਿਮੰਦਰ ਸਾਹਿਬ ਤਾਂ ਉਦਣ ਵੀ ਸੀ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਉਂਦੇ ਆ, ਤੇ ਆਪ ਸਭ ਨੂੰ ਪਤਾ ਹੈ ਕਿ ਇੱਥੇ ਕਿਵਾੜ ਬੰਦ ਕਰ ਦਿੱਤੇ ਗਏ, ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸਤਿਗੁਰਾਂ ਲਈ। ਆਪ ਜੀ ਦਰਸ਼ਨ ਕਰਦੇ ਹੋ, ਥੜਾ ਸਾਹਿਬ ਤੇ ਇਸ਼ਨਾਨ ਕੀਤਾ, ਮਹਾਰਾਜ ਥੜਾ ਸਾਹਿਬ ਤੇ ਬੈਠ ਗਏ। ਮੇਰੀ ਬੇਨਤੀ, ਉੱਥੇ ਆ ਤੁਹਾਡੇ ਨੇੜੇ ਪਿੰਡ ਹੈ ਬੱਲਾ, ਜਿੱਥੇ ਬੀਬੀਆਂ ਨੇ ਸੇਵਾ ਕੀਤੀ, ਤੇ ਮਹਾਰਾਜ ਜੀ ਨੇ ਉੱਥੇ ਬੀਬੀਆਂ ਨੂੰ ਇਹ ਬਖਸ਼ਿਸ਼ ਦਿੱਤੀ, ਮਾਈਆਂ ਰੱਬ ਰਜਾਈਆਂ ਗੁਰ ਭਗਤੀ ਲਾਈਆਂ। ਪਰ ਜਦੋਂ ਭਾਈ ਮੱਖਣ ਸ਼ਾਹ ਜੀ ਦੇ ਕਹਿਣ ਤੇ ਜਿਨ੍ਹਾਂ ਮਸੰਦਾਂ ਨੇ ਦਰਵਾਜ਼ੇ ਬੰਦ ਕੀਤੇ ਸਨ, ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਖਿਮਾ ਜਾਚਨਾ ਕਰਨ ਗਏ। ਉਹ ਪਿਆਰਿਓ, ਯਾਦ ਰੱਖਿਓ, ਧੁਰ ਅੰਦਰ ਤੋਂ ਖਿਮਾ ਮੰਗ ਲਓ, ਇਕੱਲੇ ਖਲੋ ਕੇ ਵੀ ਰੱਬ ਅੰਦਰ ਨੂੰ ਧੋ ਦੇਗਾ। ਲੋਕਾਂ ਨੂੰ ਵਿਖਾਣ ਲਈ ਖਿਮਾ ਕਰੋ, ਲੋਕਾਂ ਦੀ ਨਜ਼ਰ ਵਿੱਚ ਤਾਂ ਨੰਬਰ ਬਣ ਜਾਣਗੇ, ਪਰ ਚੇਤੇ ਰੱਖਿਓ, ਪ੍ਰਮਾਤਮਾ ਨੂੰ ਪਤਾ ਅੰਦਰੋਂ ਇਹ ਬੇਈਮਾਨ ਹੈ, ਇਹ ਖਿਮਾ ਮੰਗਣ ਨਹੀਂ ਆਇਆ। ਉੱਥੇ ਮਸੰਦ ਗਏ ਆ, ਭਾਈ ਮੱਖਣ ਸ਼ਾਹ ਨੇ ਕਿਹਾ, ਉਹਨਾਂ ਨੇ ਉੱਤੋਂ ਕਿਹਾ ਸ਼ਬਦ ਕਿ ਮਹਾਰਾਜ ਜੀ ਖਿਮਾ ਬਖਸ਼ ਦਿਓ, ਪਰ ਸਤਿਗੁਰਾਂ ਨੇ ਉੱਥੇ ਜਿਹੜੇ ਲਫ਼ਜ਼ ਕਹੇ ਉਹ ਸੁਣਨ ਵਾਲੇ ਨੇ, ਇਤਿਹਾਸਕ ਬੋਲ ਨੇ। ਮਹਾਰਾਜ ਜੀ ਨੇ ਕਿਹਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਇਸ ਗੱਲ ਨੂੰ ਗੁਰਮੁਖੋ ਧਿਆਨ ਨਾਲ ਸੁਣਿਓ ਜੀ। ਫਿਰ ਸਭ ਸਾਰੇ ਅੰਮ੍ਰਿਤਸਰ ਵਸਨੀਕਾਂ ਵਾਲੀ ਸ਼ਬਦ ਨਹੀਂ ਕਿ ਅੰਮ੍ਰਿਤ ਸਰੀਏ ਅੰਦਰ ਸੜੀਏ। ਉੱਥੇ ਲਫ਼ਜ਼ ਹੈ ਨਹਿ ਮਸੰਦ। ਇਹ ਮਸੰਦਾਂ ਵਾਸਤੇ ਸੀ, ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਮਸਨਦ ਤੇ ਬਿਠਾਇਆ, ਗੱਦੀ ਤੇ ਬਿਠਾਇਆ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਉਹ ਅੰਮ੍ਰਿਤਸਰ ਵਿੱਚ ਰਹਿੰਦਿਆਂ, ਦਰਬਾਰ ਸਾਹਿਬ ਵਿੱਚ ਰਹਿੰਦਿਆਂ ਤੁਹਾਨੂੰ ਉੱਚੀ ਪਦਵੀ ਤੇ ਬਿਠਾਇਆ, ਪਰ ਮਹਾਰਾਜ ਕਹਿੰਦੇ ਤੁਸੀਂ ਅਸਲ 'ਚ ਉੱਚੀ ਪਦਵੀ ਦੇ ਲਾਇਕ ਨਹੀਂ, ਤੁਸੀਂ ਮਸੰਦ ਨਹੀਂ। ਫਿਰ ਅਰਜ਼ ਕਰਿਓ, ਅੱਜ ਕਰਾਂ ਮਸੰਦ ਲਫ਼ਜ਼ ਦੇ ਅਰਥ ਬਦਲ ਚੁੱਕੇ। ਅੱਜ ਅਸੀਂ ਜਿਹੜਾ ਬੰਦਾ ਮਾੜਾ ਜਿਹਾ ਡਿੱਗਦਾ ਕਹਿੰਦੇ ਮਸੰਦ ਬਣ ਗਿਆ। ਪਿਆਰਿਓ, ਮਸੰਦ ਲਫ਼ਜ਼ ਮਾੜਾ ਨਹੀਂ, ਤੇ ਮੇਰਾ ਖਿਆਲ ਹੈ ਲਫ਼ਜ਼ ਵੀ ਵਿਚਾਰਾ ਸੋਚਦਾ ਹੋਵੇਗਾ ਸਿੱਖਾਂ ਦੇ ਵੱਸ ਪੈ ਗਿਆ, ਮੇਰੀ ਦੁਰਗਤੀ ਕਰ ਦਿੱਤੀ। ਲਫ਼ਜ਼ ਮਾੜਾ ਥੋੜਾ। ਮਸੰਦ ਮੈਂ ਅਰਜ਼ ਕੀਤੀ, ਲਫ਼ਜ਼ ਹੈ ਮਸਨਦ, ਤੇ ਮਸਨਦ ਦਾ ਅਰਥ ਹੈ ਜਿਹੜਾ ਮੰਜੀ ਤੇ ਬੈਠਾ ਹੋਵੇ, ਜਿਹੜਾ ਬਹਿ ਕੇ ਉਪਦੇਸ਼ ਕਰੇ। ਮਹਾਰਾਜ ਜੀ ਨੇ ਕਿਹਾ, ਅਸਲ 'ਚ ਤੁਸੀਂ ਇਸ ਲਫ਼ਜ਼ ਦੇ ਮੁਤਾਬਕ ਤੁਹਾਡਾ ਜੀਵਨ ਨਹੀਂ। ਨੈ ਮਸੰਦ ਤੁਮ ਅੰਮ੍ਰਿਤ ਸਰੀਏ। ਕਿਉਂ? ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤੁਹਾਡਾ ਅੰਦਰ ਵਾਸ਼ਨਾ ਵਿੱਚ, ਤ੍ਰਿਸ਼ਨਾ ਵਿੱਚ, ਕਪਟ ਵਿੱਚ, ਦਵੈਸ਼ ਵਿੱਚ ਅੰਦਰ ਤੁਹਾਡਾ ਈਰਖਾ ਨਾਲ ਸੜਿਆ ਪਿਆ, ਬੈਠੇ ਤੁਸੀਂ ਦਰਬਾਰ ਸਾਹਿਬ ਹੋ। ਮੇਰਾ ਖਿਆਲ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ। ਹੁਣ ਹਰ ਬੰਦੇ ਤੇ ਨਹੀਂ, ਪਰ ਉੱਥਾ ਉਹ ਵੀ ਬੰਦਾ ਹੈ ਜਿਹੜਾ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਦਰ ਤੋਂ ਰਹਿਮਤਾਂ ਦੀ ਝੋਲੀ ਭਰ ਕੇ ਜਾਂਦਾ ਪਿਆ ਹੈ। ਮੈਂ ਆਪ ਨੂੰ ਅਰਜ਼ ਕਰਨ ਲੱਗਾ, ਬਾਹਰਮੁਖੀ ਬੰਦਾ ਇਸ਼ਨਾਨ ਕਰ ਰਿਹਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ, ਨਾਵਣ ਚੱਲੇ ਤੀਰਥੀ। ਫਿਰ ਅਰਜ਼ ਹੈ, ਮੈਂ ਦੋ ਤੁਕਾਂ ਸਿਰਫ ਲਈਆਂ ਨੇ, ਕਾਇਆ ਕੂੜ ਵਿਗਾੜ ਕਾਹੇ ਨਹਾਈਐ। ਨਾਵਣ ਚੱਲੇ ਤੀਰਥੀ, ਤੀਰਥਾਂ ਤੇ ਇਸ਼ਨਾਨ ਕਰਨ ਚੱਲਾ। ਮਨ ਖੋਟਾ, ਮਨ ਵਿੱਚ ਖੋਟ ਹੈ। ਤਨ ਚੋਰ, ਮਨ ਤੇ ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ।
ਨਾਵਣ ਚੱਲੇ ਤੀਰਥੀ ਮਨ ਖੋਟੈ ਮਨ ਖੋਟ ਗਏ, ਤਨ ਚੋਰ ਤੇ ਤਨ ਵਿੱਚ ਬਿਰਤੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰ ਬੈਠੇ ਆ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ। ਕਹਿੰਦੇ ਇੱਕ ਕੰਮ ਜ਼ਰੂਰ ਹੋ ਜਾਏਗਾ ਤੇਰਾ, ਇੱਕ ਹਿੱਸਾ ਤੇਰਾ ਸਾਫ਼ ਹੋ ਜਾਏਗਾ। ਕਿਹੜਾ? ਸਰੀਰ ਦਾ ਬਾਹਰਮੁਖੀ ਹਿੱਸਾ, ਆ ਜਿਹੜੀ ਸਕਿਨ ਹੈ ਇਹ ਤਾਂ ਜ਼ਰੂਰ ਧੁੱਪ ਜਾਏਗੀ। ਦੋਏ ਭਾ ਚੜੀਏ ਸਖੋਰ, ਪਰ ਜਦੋਂ ਤੂੰ ਨਹਾ ਕੇ ਅੰਦਰੋਂ ਖੋਟ ਵੀ ਨਾ ਛੱਡਿਆ, ਅੰਦਰ ਦੀ ਵਾਸ਼ਨਾ ਵੀ ਤੀਰਥ ਇਸ਼ਨਾਨ ਤੇ ਉਸ ਤਰ੍ਹਾਂ ਰਹੇਗੀ। ਤੇ ਮਹਾਰਾਜ ਕਹਿੰਦੇ ਆਉਂਦਿਆਂ ਇਹ ਵੀ ਕਹਿ ਦਿੱਤਾ, ਉਹ ਮੈਨੂੰ ਤਾਂ ਇੰਨੇ ਸਾਲ ਹੋ ਗਏ ਨੇ ਲਗਾਤਾਰ ਜਾਂਦੇ ਹਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਚੇਤੇ ਰੱਖੀ, ਇੱਕ ਮੈਲ ਲੱਥੀ ਤੇ ਅੰਦਰ ਦੀ ਖੌਮੇ ਦੀ ਪਰਤ ਇੱਕ ਹੋਰ ਨਾਲ ਲੈ ਕੇ ਆ ਗਿਆ। ਮੇਰੇ ਵਰਗਾ ਤੀਰਥ ਇਸ਼ਨਾਨੀ ਕੋਈ ਨਹੀਂ। ਮੇਰੀ ਫਿਰ ਅਰਜ਼ ਹੈ ਪਿਆਰਿਓ, ਇਸ ਸਥਾਨ ਤੇ ਆਪਾਂ ਆਉਂਦੇ ਹਾਂ। ਮੈਂ ਕੋਈ ਬਹੁਤ ਇਹ ਨਹੀਂ ਉਪਦੇਸ਼ ਕਰ ਰਿਹਾ, ਮੈਂ ਬਹੁਤ ਜਾਣਨਾ, ਪਰ ਮੇਰੀ ਇੱਕ ਬੇਨਤੀ ਹੈ, ਕਦੀ ਵੀ ਆਈਏ, ਆਪ ਰੋਜ਼ ਆਉਂਦੇ ਹੋ, ਰੋਜ਼ ਦਰਸ਼ਨ ਕਰਨੇ, ਪਰ ਅੰਦਰ ਦੀ ਦਵੈਸ਼ ਨੂੰ ਤੇ ਛੱਡੀਏ, ਅੰਦਰ ਦੇ ਕਪੜ ਨੂੰ ਤਾਂ ਛੱਡੀਏ। ਇਹ ਇਕੱਲਾ ਸਾਡੇ ਧਰਮ 'ਚ ਨਹੀਂ, ਬਾਬਾ ਫਰੀਦ ਸਾਹਿਬ ਜਰਗੇ ਦਰਵੇਸ਼ ਨੇ, ਉਹਨਾਂ ਨੇ ਇਸਲਾਮ ਦੀ ਗੱਲ ਕਰਦਿਆਂ ਵੀ ਕਿਹਾ, ਕੰਨ ਮੁਸੱਲਾ ਸੂਬ ਗਲ, ਦਿਲ ਕਾਤੀ ਦਿੜਵਾਤ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ, ਦਿਲ ਅੰਧਿਆਰੀ ਰਾਤ। ਜਿਹਨੂੰ ਮਹਾਰਾਜ ਜੀ ਨੇ ਕਿਹਾ ਅੰਦਰ ਮਹਿਲ, ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮੋਢੇ ਉੱਤੇ ਮੁਸੱਲਾ ਹੈ, ਜਿਹਦੇ ਤੇ ਬੈਠ ਕੇ ਨਮਾਜ਼ ਪੜ੍ਹਦੇ ਆ। ਗਲ ਵਿੱਚ ਸੂਫੀਆਂ ਵਾਲਾ ਚੋਲਾ ਸੂਫ ਪਾਇਆ, ਜ਼ਬਾਨ ਤੋਂ ਮਿੱਠਾ ਬੋਲਦਾ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਦਿਲ ਦੇ ਵਿੱਚ ਕੈਂਚੀਆਂ ਚੱਲਦੀਆਂ ਨੇ। ਕਹਿੰਦੇ ਤੇਰਾ ਬਾਹਰ ਦਾ ਇਸ਼ਨਾਨ, ਤੇਰੇ ਬਾਹਰ ਦਾ ਮੁਸੱਲਾ ਇਹ ਇਸੇ ਤਰ੍ਹਾਂ ਹੈ ਜਿਵੇਂ ਕਿਸੇ ਕਮਰੇ ਦੀ ਬਾਹਰ ਦੀਪਮਾਲਾ ਬਹੁਤ ਕੀਤੀ ਹੋਵੇ ਤੇ ਅੰਦਰ ਹਨੇਰਾ ਕਮਰੇ ਵਿੱਚ ਹੋਵੇ, ਬਾਹਰੋਂ ਤੇਰੇ ਕੋਲ ਚਾਨਣ ਹੈ ਪਰ ਅੰਦਰ ਹਿਰਦੇ ਵਿੱਚ ਹਨੇਰਾ ਭਰਿਆ ਹੈ। ਫਿਰ ਅਰਜ਼ ਹੈ, ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਖੋਰ। ਪਿਆਰਿਓ ਦਵੈਸ਼ ਆ ਗਈ, ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੌਰ। ਆ ਲੋਕੀ ਜਿਹਨੂੰ ਕਹਿੰਦੇ ਜਿੰਨਾ ਮਰਜ਼ੀ ਉਹਨੂੰ ਪਾਣੀ 'ਚ ਡੋਬ ਲਓ, ਉਹਦੇ ਅੰਦਰ ਦੀ ਕੁੜੱਤਨ ਜਾਣੀ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ਼ ਨਕੌਰ, ਸਾਧ ਭਲੇ ਅਣਨਾਤਿਆਂ। ਧਿਆਨ ਨਾਲ ਸੁਣਿਓ, ਜਿਸ ਬੰਦੇ ਦੀ ਸਾਧਨਾ ਹੈ ਜੀ, ਬੰਦਗੀ ਕਰਦਾ ਹੈ, ਉਹ ਨਾ ਵੀ ਨਹਾਤਾ ਉਹ ਤਾਂ ਵੀ ਪ੍ਰਵਾਨ ਹੋ ਗਿਆ। ਚੋਰ ਸੇ ਚੋਰਾਂ ਚੋਰ, ਜਿਹੜਾ ਬੰਦਾ ਅੰਦਰ ਵਕਾਰਾਂ ਦੇ ਚੋਰ ਲੈ ਕੇ ਆਇਆ ਹੈ, ਉਹ 50 ਟੁੱਬੀਆਂ ਵੀ ਮਾਰੀ ਜਾ, ਚੇਤੇ ਰੱਖਿਓ ਉਹਨੇ ਚੋਰ ਦਾ ਚੋਰ ਹੀ ਰਹਿਣਾ ਹੈ। ਇੱਥੇ ਸਤਿਗੁਰਾਂ ਨੇ ਕਿਹਾ ਭਾਈ ਅੰਦਰ ਕਾਇਆਂ ਦੇ ਝੂਠ ਹੈ, ਮਹਿਲ ਹੈ, ਤੇ ਬਾਹਰ ਤੂੰ ਇਸ਼ਨਾਨ ਕਰ ਰਿਹਾ। ਇਹਨੂੰ ਭਗਤ ਕਬੀਰ ਸਾਹਿਬ ਜੀ ਦੀ ਬਾਣੀ 'ਚ ਇੱਕ ਸ਼ਬਦ ਹੈ ਅੰਤਰ ਮਹਿਲ। ਮੈਂ ਵੈਸੇ ਸਾਰੇ ਅਰਥ ਕਰਨੇ ਨੇ, ਥੋੜਾ ਰੋਗਿਆ ਇਹਦੇ ਤੇ। ਅੰਤਰ ਮਹਿਲ ਜੇ ਤੀਰਥ ਨਹਾਵੈ, ਇੱਥੇ ਆਪਾਂ ਅੰਦਰ ਦੀ ਮੈਲ ਧੋਣ ਆਉਣਾ ਭਾਈ ਸਾਹਿਬ ਜੀ ਸਾਰਿਆਂ ਨੇ ਜੀ। ਅੱਜ ਜਦੋਂ ਭਾਂਡਿਆਂ 'ਚ ਆਪ ਜੀ ਖਲੋਂਦੇ ਹੋ ਨਾ, ਮੈਂ ਰੋਜ਼ ਕਹਿਣਾ ਸੰਗਤ ਜੀ, ਆਪ ਜਿਹੜੇ ਪ੍ਰਦੇਸ਼ ਵਿੱਚੋਂ ਵੀ ਆਏ ਹੋ, ਜਿਹੜੇ ਦੂਰੋਂ ਸ਼ਹਿਰਾਂ 'ਚੋਂ ਆਏ ਹੋ, ਹੱਥ ਜੋੜ ਕੇ ਬੇਨਤੀ ਹੈ, ਪਿਛਲੇ ਦਿਨ ਵੀ ਸ਼ਾਇਦ ਕਿਹਾ ਆਪਾਂ ਧੰਨ ਗੁਰੂ ਰਾਮਦਾਸ ਜੀ ਨੂੰ ਆਪਣੇ ਨਾਲ ਲੈ ਕੇ ਜਾਣਾ ਹੈ। ਉਹ ਇਕੱਲੇ ਇੱਥੇ ਥੋੜਾ ਨਹੀਂ ਜੀ, ਉਹ ਤਾਂ ਸਾਰੀਆਂ ਥਾਵਾਂ ਤੇ ਵਿਆਪਕ ਹੋ ਜਾਂਦੇ ਆ ਜੀ, ਹਰ ਥਾਂ ਤੇ। ਜੇ ਆਪਾਂ ਸਿਰਫ ਬਾਹਰਮੁਖੀ ਬਣਾਂਗੇ, ਗੁਰੂ ਰਾਮਦਾਸ ਜੀ ਤਾਂ ਉੱਥੇ ਵੀ ਖਲੋਂਦੇ ਆ ਜਿੱਥੇ ਸਾਡੇ ਸਰੀਰ ਨੇ ਨਹੀਂ ਜਾਣਾ, ਸ਼ਬਦ ਰੂਪ ਹੋ ਕੇ ਵਰਤ ਰਹੇ ਆ। ਮੈਂ ਕਹਿੰਦਾ ਉਹਨਾਂ ਸੁਰਤ ਨਾਲ ਕੁਝ ਕਰ ਜਾਈਏ। ਇੱਥੇ ਘਰ ਜਾ ਕੇ ਰੋਜ਼ ਦਰਬਾਰ ਸਾਹਿਬ ਆਵਾਂਗੇ ਜੀ। ਮੈਨੂੰ ਯਾਦ ਹੈ ਡਾਕਟਰ ਸਰੂਪ ਸਿੰਘ ਜੀ ਅਲੱਗ, ਮੈਂ ਉਹਨਾਂ ਦਾ ਜ਼ਿਕਰ ਕਰ ਦਿੰਦਾ। ਕਾਫੀ ਕਿਤਾਬਾਂ ਉਹਨਾਂ ਲਿਖੀਆਂ। ਉਹਨਾਂ ਦੀ ਕਿਤਾਬ ਹਰਮੰਦਰ ਦਰਸ਼ਨ ਹੈ, ਕਿਉਂਕਿ ਉਹਨਾਂ ਨੇ ਆਪਣੀ ਖੱਡ ਬੀਤੀ ਲਿਖੀ। ਉਹ ਕਹਿੰਦੇ ਮੈਂ ਇੰਗਲੈਂਡ ਗਿਆ, ਜਿਨ੍ਹਾਂ ਪੜ੍ਹੀ ਉਹਨਾਂ ਨੂੰ ਪਤਾ ਜਿਹੜੀ ਮੈਂ ਗੱਲ ਕਰ ਲੱਗਾ। ਕਹਿੰਦੇ ਮੈਂ ਸੈਰ ਕਰ ਰਿਹਾ ਸੀ, ਇੱਕ ਗੋਰਾ ਮੈਨੂੰ ਮਿਲਿਆ, ਉਹਨੇ ਸ਼ਬਦ ਕਹੇ, ਮੈਂ ਬੜਾ ਸਮਾਂ ਪਹਿਲਾਂ ਪੜ੍ਹੀ, ਮੈਂ ਥੋੜੇ ਜੋ ਤੱਤ ਗੱਲ ਮੈਂ ਕਰਨੀ ਚਾਹੁੰਦਾ। ਗੋਰਾ ਮਿਲਿਆ, ਅੰਗਰੇਜ਼ ਮਿਲਿਆ, ਮੈਨੂੰ ਪਹਿਚਾਣ ਕੇ ਜਿਵੇਂ ਸਰੂਪ ਦੇਖ ਕੇ ਕਹਿੰਦਾ ਤੁਸੀਂ ਇੰਡੀਆ ਤੋਂ, ਪੰਜਾਬ ਤੋਂ ਆਏ? ਡਾਕਟਰ ਸਰੂਪ ਸਿੰਘ ਕਹਿੰਦੇ ਨੇ ਹਾਂ ਮੈਂ ਪੰਜਾਬ ਤੋਂ ਆਇਆ। ਕਹਿੰਦਾ ਮੈਂ ਤੁਹਾਨੂੰ ਆਪਣੇ ਘਰ ਲਿਜਾਣਾ, ਚਾਹ ਦਾ ਕੱਪ ਪਿਆਉਣਾ ਚਾਹੁੰਦਾ। ਕਹਿੰਦੇ ਉਹਦੇ ਘਰ ਚਲੇ ਗਏ। ਕਹਿੰਦੇ ਉਸ ਦੇ ਘਰ ਜਦੋਂ ਮੈਂ ਪਹੁੰਚਿਆ, ਲਿਵਿੰਗ ਰੂਮ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੀ, ਦਰਬਾਰ ਸਾਹਿਬ ਦੀ ਤਸਵੀਰ ਲੱਗੀ ਸੀ। ਕਹਿੰਦੇ ਉਹ ਚਾਹ ਬਣਾਉਣ ਚਲਾ ਗਿਆ, ਮੈਂ ਤਸਵੀਰ ਨੂੰ ਦੇਖਾਂ, ਇਹ ਗੋਰਾ ਸ਼ਾਇਦ ਉੱਥੇ ਗਿਆ ਹੋਵੇ
ਤੇ ਚੰਗੀ ਲੱਗੀ ਹੋਵੇ ਸਿਨਰੀ ਦੇ ਤੌਰ ਤੇ, ਚਿੱਤਰ ਦੇ ਤੌਰ ਤੇ ਲੈ ਆ। ਮੈਂ ਦੇਖ ਰਿਹਾ ਸੋ ਵਾਪਿਸ ਆ ਗਿਆ। ਕਹਿੰਦਾ ਉੱਥੇ ਜਦੋਂ ਮੈਨੂੰ ਉਹਨੇ ਦੇਖਿਆ ਤੇ ਉਹਨੇ ਪੁੱਛ ਲਿਆ, ਮਿਸਟਰ ਸਿੰਘ ਤੂੰ ਕੀ ਦੇਖ ਰਿਹਾ? ਕਹਿੰਦਾ ਜੀ ਮੈਂ ਦਰਬਾਰ ਸਾਹਿਬ ਜੀ ਦੀ ਤਸਵੀਰ ਦੇਖ ਰਿਹਾ। ਉਹਨੇ ਕੁਝ ਫੀਲ ਹੋ ਰਿਹਾ ਤੈਨੂੰ, ਕੁਝ ਮਹਿਸੂਸ ਹੋ ਰਿਹਾ ਤੈਨੂੰ? ਕਹਿਣ ਲੱਗੇ ਜੀ ਮੈਂ ਸ਼ਬਦ ਕਿਹਾ ਜੀ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਦਰਬਾਰ ਸਾਹਿਬ ਚਲਾ ਗਿਆ। ਕਹਿਣ ਲੱਗੇ ਸੱਚੀ ਦੱਸੀ ਮਹਿਸੂਸ ਹੁੰਦਾ ਹੈ ਸਿਰਫ ਜ਼ੁਬਾਨ ਤੋਂ ਕਹਿ ਰਹੇ ਹੋ? ਡਾਕਟਰ ਸਾਹਿਬ ਕਹਿੰਦੇ ਨੇ ਮੈਂ ਕਹਿ ਦਿੱਤਾ, ਸਿਰਫ ਮੈਂ ਉੱਤੋਂ ਹੀ ਕਹਿ ਰਿਹਾ ਹਾਂ, ਪਰ ਮੈਂ ਸਵਾਲ ਕੀਤਾ ਤੁਸੀਂ ਕਿਵੇਂ? ਉਹਨੇ ਮੁੱਕਦੀ ਗੱਲ ਕਿ ਉਹਨੇ ਪਾਕਿਸਤਾਨ ਤੋਂ ਇੱਧਰ ਆਉਣ ਦਾ ਜ਼ਿਕਰ ਕੀਤਾ। ਕਹਿੰਦਾ ਮੈਂ ਦਰਬਾਰ ਸਾਹਿਬ ਗਿਆ, ਮੈਂ ਬੜੀ ਸੰਖੇਪ ਜਿਹੀ ਲਈ। ਕਹਿੰਦਾ ਉੱਥੇ ਮੱਥਾ ਟੇਕਿਆ, ਮੈਂ ਅੱਗੇ ਵੀ ਮੁਲਕ ਵੀ ਜਾਣਾ ਸੀ ਭਾਰਤ 'ਚ, ਮੇਰਾ ਅੰਦਰ ਬਿਲਕੁਲ ਟਿਕ ਗਿਆ। ਅੰਦਰ ਮੈਂ ਬੈਠ ਗਿਆ, ਕੁਝ ਗਾਇਆ ਜਾ ਰਿਹਾ ਸੀ, ਉਸ ਗਾਏ ਹੋਏ ਨੇ ਮੇਰੇ ਧੁਰ ਅੰਦਰ ਨੂੰ ਸਕੂਨ ਦੇ ਦਿੱਤਾ। ਅੰਦਰ ਮੇਰਾ ਪੂਰਨ ਤੌਰ ਤੇ ਟਿਕ ਗਿਆ, ਪਤਾ ਹੀ ਨਹੀਂ ਲੱਗਾ ਕਿ ਕਦੋਂ ਸਮਾਂ ਨਿਕਲਿਆ। ਕਹਿਣ ਲੱਗਾ ਕਿ ਜਦੋਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਸਤਿਗੁਰਾਂ ਦੀ ਸ਼ਾਮ ਨੂੰ ਸੇਵਾ ਹੋਈ, ਪਾਲਕੀ ਨਿਕਲੀ, ਮੈਂ ਵੀ ਉੱਠ ਖਲੋਤਾ। ਮੇਰੇ ਚਿੱਤ 'ਚ ਆਇਆ ਕਿ ਜੇ ਮੈਂ ਵੀ ਇੱਥੇ ਸੇਵਾ ਕਰ ਸਕਦਾ। ਕਹਿੰਦਾ ਕਿਸੇ ਨੇ ਪਕੜ ਕੇ ਮੇਰਾ ਮੋਢਾ ਉਸ ਪਾਲਕੀ ਥੱਲੇ ਲਾ ਦਿੱਤਾ। ਕਹਿੰਦਾ ਮੈਂ ਸੇਵਾ ਕੀਤੀ, ਮੈਨੂੰ ਇੰਨਾ ਕੁ ਸਕੂਨ ਮਿਲਿਆ, ਮੈਂ ਕਿਤੇ ਨਹੀਂ ਗਿਆ, ਸਭ ਕੁਝ ਛੱਡ ਕੇ ਮੈਂ ਸਾਰੇ ਦਿਨ ਹਰਮੰਦਰ ਸਾਹਿਬ ਹੀ ਬਤੀਤ ਕੀਤੇ ਆ। ਕਹਿੰਦੇ ਫਿਰ ਮੇਰਾ ਮਨ ਇੰਨਾ ਕੁ ਟਿਕ ਗਿਆ, ਮੈਂ ਆਪਣੇ ਘਰ ਵਾਪਸ ਆ ਗਿਆ। ਪਰ ਕਹਿੰਦਾ ਇੱਕ ਮੈਂ ਤੈਨੂੰ ਪਤੇ ਦੀ ਗੱਲ ਦੱਸਾਂ? ਕਹਿੰਦੇ ਦੱਸੋ? ਕਹਿੰਦਾ ਭਾਵੇਂ ਮੈਂ ਇੰਗਲੈਂਡ ਵਿੱਚ ਬੈਠਾ ਪਰ ਮੇਰੀ ਸੁਰਤ 'ਚ ਇੰਨਾ ਕੁ ਟਿਕਾ ਆ ਗਿਆ, ਮੈਂ ਇੱਥੇ ਬੈਠਾ ਹੋਇਆ ਵੀ ਰੋਜ਼ਾਨਾ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰਨਾ ਪਿਆ। ਯਾਦ ਰੱਖਿਓ, ਇਸ ਨੂੰ ਥੋੜਾ ਜਿਹਾ ਧਿਆਨ ਨਾਲ ਇਸ ਗੱਲ ਨੂੰ ਸੁਣਿਓ, ਸੁਰਤ ਕਰਕੇ ਕਿਵੇਂ? ਕਿਉਂਕਿ ਅਸੀਂ ਦਰਬਾਰ ਸਾਹਿਬ ਆਏ, ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ, ਸ਼ਬਦ 'ਚੋਂ ਮੈਂ ਅਰਥਾਂ 'ਚ ਆ ਰਿਹਾ ਜੀ। ਆਪਾਂ ਵੇਖ ਕੇ ਦ੍ਰਿਸ਼ਟਮਾਨ ਕਰ, ਜਿਹੜੀ ਚੀਜ਼ ਦ੍ਰਿਸ਼ਟਮਾਨ ਦੇਖੀ ਹੋਏ ਸੁਰਤ ਵਿੱਚ ਬਹਿ ਜਾਂਦੀ ਹੈ। ਉਹ ਫਿਰ ਜਦੋਂ ਤੁਸੀਂ ਇਕੱਲੇ ਹੋਵੋ, ਸਬ ਕੌਂਸ਼ੀਅਸ ਮਾਈਂਡ ਜਿਹੜਾ ਉਹਨਾਂ ਚੀਜ਼ਾਂ ਨੂੰ ਬਾਹਰ ਕੱਢਦਾ, ਕਿਉਂਕਿ ਸਭ ਕੁਝ ਸਬ ਕੌਂਸ਼ੀਅਸ ਮਾਈਂਡ 'ਚ ਪਿਆ। ਹੁਣ ਤਾਂ ਮਨੋਵਿਗਿਆਨ ਕਹਿੰਦਾ ਵੀ ਜੇ ਬੰਦਾ ਧਿਆਨ 'ਚ ਬਹਿਣਾ ਸ਼ੁਰੂ ਕਰਦਾ, ਇਹ ਬੈਕ ਪਿਛਲੀਆਂ ਜੂਨਾਂ ਵਿੱਚ ਵੀ ਜਾ ਸਕਦਾ ਹੈ। ਕਈਆਂ ਨੇ, ਅਮਰੀਕਾ ਵਿੱਚ ਇੱਕ ਵਿਦਵਾਨ ਨੇ, ਚਲੋ ਮੈਂ ਜ਼ਿਕਰ ਨਹੀਂ ਜ਼ਿਆਦਾ ਕਰਦਾ, ਮੈਨੀ ਮਾਸਟਰ ਮੈਨੀ ਲਾਈਵਸ ਕਿਤਾਬ ਲਿਖੀ ਉਹਨੇ, ਤਜਰਬਾ ਆਪਣੀ ਜ਼ਿੰਦਗੀ ਦਾ ਦਿੱਤਾ। ਪਰ ਮੇਰੀ ਬੇਨਤੀ, ਜੋ ਕੁਝ ਅਸੀਂ ਦੇਖਨੇ ਆ, ਅਸੀਂ ਪਾਠ ਕਰਨੇ, ਉਹ ਦ੍ਰਿਸ਼ ਸਾਡੇ ਸਾਹਮਣੇ ਨਹੀਂ ਆਉਂਦੇ। ਦੁਕਾਨ ਦਾ ਆ ਗਿਆ, ਮਕਾਨ ਦਾ ਆ ਗਿਆ, ਕਿਸੇ ਚੰਗੇ ਦਾ ਆ ਗਿਆ, ਮੰਦੇ ਦਾ ਆ ਗਿਆ। ਜਿਸ ਬਿਰਤੀ ਨਾਲ ਅਸੀਂ ਸੰਸਾਰ ਨੂੰ ਦੇਖਿਆ, ਉਹ ਸਾਨੂੰ ਸੁਰਤ ਵਿੱਚ ਤੰਗ ਕਰਦਾ। ਫਿਰ ਅਸੀਂ ਆਈ ਤਾਂ ਕਾਰਨ ਕਿ ਸੁਲਤਾਨਪੁਰ ਨਵਾਬ ਨੂੰ ਹਜ਼ੂਰ ਨੇ ਕਿਹਾ, ਸਤਿਗੁਰਾਂ ਨੇ ਫਰਮਾਇਆ ਤੂੰ ਭਾਈ ਕੁਆਬਲ 'ਚ ਘੋੜੇ ਪਿਆ ਖਰੀਦਦਾ ਸੈਂ। ਕਾਜੀ ਨੂੰ ਕਿਹਾ ਤੂੰ ਤਾਂ ਘਰ ਵਿਸ਼ੇਰੀ ਪਿੱਛੇ ਤੁਰਿਆ ਫਿਰਦਾ ਸੈਂ। ਇਹਦਾ ਮਤਲਬ ਸੁਰਤ ਸੀ। ਸਰੀਰਕ ਤੌਰ ਤੇ ਉਹ ਮਸਜਿਦ ਵਿੱਚ ਖਲੋਤੇ ਨੇ, ਪਰ ਸੁਰਤ ਦੇ ਤੌਰ ਤੇ ਉੱਥੇ ਗਏ ਆਪਣੇ ਘਰ ਨੂੰ ਕੋਈ ਕਾਬਲ। ਮੇਰੀ ਬੇਨਤੀ ਹੈ, ਗੁਰਮੁਖੋ ਇੱਥੋਂ ਲਾਹ ਖੱਟ ਲਈਏ, ਆਏ ਆ ਭਾਂਡਿਆਂ ਦੀ ਸੇਵਾ ਕਰੀਏ, ਯਤਨ ਕਰੀਏ ਵੀ ਉਸ ਵੇਲੇ ਸਿਰਫ ਬਾਣੀ, ਕੁਛ ਵੀ ਨਹੀਂ ਆਉਂਦਾ, ਧੰਨ ਗੁਰੂ ਰਾਮਦਾਸ ਹੀ ਬੋਲੀ ਜਾ। ਪਰ ਇਸ਼ਨਾਨ ਕਰ, ਸੁਰਤ ਟਿਕਾ ਕੇ ਖਲੋ ਕੇ ਹਰਮੰਦਰ ਵੱਲ ਮੁੱਖ ਕਰਕੇ ਕੋਈ ਸ਼ਬਦ ਪੜ੍ਹ ਲੈ, ਮੂਲ ਮੰਤਰ ਪੜ੍ਹ ਲੈ, ਦੇਖ ਕਰਾ, ਪਰਕਰਮਾ ਕਰ, ਕੀਰਤਨ ਸੁਣ। 2-4 ਦਿਨ ਆਏ, ਇੱਕ ਜਗ੍ਹਾ ਤੇ ਬੈਠ ਕੇ ਭਾਵੇਂ ਬਾਹਰ ਵੀ ਥਾਂ ਮਿਲ ਜਾਏ, ਟੇਕ ਕੇ ਕੀਰਤਨ ਸੁਣ। ਤੇ ਇਹ ਬੇਨਤੀ ਕਰ, ਸੱਚੇ ਪਾਤਸ਼ਾਹ ਮੈਂ ਹੁਣ ਇਕੱਲੇ ਨਹੀਂ ਜਾਣਾ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਹੈ। ਕਿਉਂ? ਫਿਰ ਮੇਰੀ ਬੇਨਤੀ ਨੂੰ ਸਮਝਿਓ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤੇ ਆਪ ਜੀ ਚਲੇ ਜੋ ਅਮਰੀਕਾ, ਆਪ ਜੀ ਚਲੇ ਜੋ ਕੈਨੇਡਾ, ਆਪਣੇ ਘਰ 'ਚ ਜਦੋਂ ਵੀ ਤੁਸੀਂ ਬਾਣੀ ਪੜ੍ਹੋ ਗੁਰਮੁਖੋ, ਇੱਕ ਵਾਰੀ ਸੁਰਤ ਨੂੰ ਘੁਮਾ ਕੇ ਉੱਥੇ ਦੁਬਾਰਾ ਫਿਰ ਲਏ ਹੋ, ਤੁਸੀਂ ਦੇਖਿਓ ਤੁਹਾਨੂੰ ਉਹ ਕੁਝ ਹੀ ਮਹਿਸੂਸ ਹੋਵੇਗਾ ਜੋ ਕੁਝ ਗੁਰੂ ਰਾਮਦਾਸ ਦੀ ਪਰਕਰਮਾ ਵਿੱਚ ਮਹਿਸੂਸ ਹੋਇਆ ਹੈ। ਭਾਵੇਂ ਘਰ ਚਲੀ ਜਾਓ। ਫਿਰ ਮੇਰੀ ਅਰਜ਼, ਸੁਰਤ ਵਿੱਚ ਬੜੀ ਵੱਡੀ ਤਾਕਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ, ਜੇ ਅੰਦਰ ਮੈਲ ਹੈ ਬਾਹਰ ਦਾ ਨਹਾਉਣਾ ਕੀ ਕਰੇਗਾ। ਮੈਂ ਫਿਰ ਅਰਜ਼ ਕਰਾਂ ਕਿ ਅੰਤਰ ਮੈਲ ਜੇ ਤੀਰਥ ਨਾਵੇ, ਤਿਸ ਬੈਕੁੰਠ ਨ ਜਾਣਾ, ਲੋਕ ਪਤੀਣਾ ਕਛੂ ਨਾ ਹੋਵੇ, ਨਾ ਹੀ ਰਾਮ ਇਆਨਾ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜਲ ਕੇ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੈਸ ਨਿਤ ਨਿਤ ਮੇਂਢਕ ਨਾਵੇਂ, ਜੈਸੇ ਮੇਂਢਕ ਤੈਸੇ, ਉਹ ਨਰ ਫਿਰ ਜੋਨੀ ਆਵੇਂ।
मनु कठोर मरै बनारस नरक न बंचिया जाई हर का संत बसै हड़ंबै सगली सहन तराई। धन गुरु नानक साहब जी बस एक बचन सारा पता ये आ जाएगा जिहड़ा आपां सारे जपजी साहब की पहली पौड़ी पढ़ने आ। बस आ पहले पदे का तत्त होवे जी सोचै सोच ना होवई तेरे बाहर दी काया धोन नाल अंदर ने सुचा नहीं होना काहे ना ये सोचै सोच ना होवई जे सोची लख वार चुप है जबान दी चुप नाल। देखो शब्द नूं पहले सोच है दा अर्थ है इशनान दूजी सोच दा अर्थ है मन दी सुचमता। पहले चुप दा अर्थ है कि जबान दी चुप दूजी चुप दा अर्थ है मन दा शांत हो जाना। पहली भुख्या दा अर्थ है कि बाहर मुखी तृष्णा अधीन भुख्या रहा दूजी भुख दा अर्थ है अंदर दी भुख चली जानी। सतगुरां ने कहा सोचै सोच ना होवई जे सोची लख वार चुप है चुप ना होवई जे लाए रहा लिव तार भुख्या भुख ना उतरी जे बन्ना पुरियां भार साहस सियाणपा लख हो है ता एक ना चलै नाल। बस अज दा बचन सी किव सचियारा होई है काया कूड़ विगाड़ काहे नाई है। महाराज कहते किव सचियारा होई है किवें सुचे होईए किव कूड़ा टुटै पाल इको गल कही सिखा हुक्म रजाई चलना नानक लिखिया नाल। जो परमेश्वर ने तेरे नाल लिख दिता है उस हुक्म नूं सत करके मान लै। अज मेरे धन गुरु नानक साहब जी ने जी पहला बचन ये किया है। मैं थोड़ा जिहा इत्थे ज़्यादा टाइम ला गया इस तुक ते काया कूड़ बिगाड़ काहे नाई है। जे अंदर महल है कित्थे इशनान करन तुरिया जाना है। थॉट नूं थॉट ही चेंज करदा हुंदा है डांगा नहीं करदियां। बंदा कोई समय लिए चुप कर जाता पर फुरने फिर उठ पेंदे। महाराज कहते नहाता सो परवान सच कमाईए। उस बंदे का नहाउणा प्रवान है जिन्हें सच नाम नूं कमा लिया है। जब साच अंदर होए साचा। प्यारिओ जदों असी सच नूं चेते करांगे ये थोड़े जिहे अर्थ आप जी ध्यान नाल सुणिओ। जदों अंदर सच होवेगा ये सिमरन करांगे आपां सिमरन दे नाल सच्चे नूं सिमर के ही अंदर सच वसेगा। ताम साचा पाईया। फिर अर्ज है अंदर सच होवेगा सच्चा वैगुरु टिक जाएगा। प्यारिओ फिर ही सच की प्राप्ति हुंदी है। इनू थोड़ा जिहा अर्थ कर ली कहो नानक सच ध्याईए सुच होवे तां सच पाईए आशा की बार। फिर सुनियो बिनती ये दो तुकां ने। पहला है सच ध्याईए कहो नानक सच ध्याईए सुच होवे तां सच पाईए। पहला ध्याईए फिर सुच फिर पाईए। जिन्ने को अर्थ समझ पे पहला तो हो गया कहो नानक सच ध्याईए इहदा अर्थ हो गया सच्चे दा सिमरन कर सच्चे नूं ध्या जिन्हों आपां सतनाम कह रहे हैं वैगुरु कह रहे हैं। कहो नानक सच ध्याईए सुच होवे। फिर ध्यान सुनियो जदों सच नूं ध्याएगा अंदर दी मैल जाएगी फिर तू सुच्चा हो जाएगा। जिदन तेरा नाम ने अंदर सुच्चा कर दिता ना ते चेते रखी उदन तेनू सच की प्राप्ति हो जाएगी। इनू सुखमनी साहब चाप जी दर्शन करो। प्रभ कै सिमरन मन की मल जाए सच ध्याईए। महाराज कहते प्रभ कै सिमरन मन की मल जाए अमृत नाम रिदमाए समाए। कहो नानक सच ध्याईए सुच होवे तां सच पाईए भाई। जे सच नूं कमावांगे सच नूं ध्यावांगे तुर अंदर सच वसेगा। लिखे बाजों सुरत नाही। प्यारिओ लिखे बाजों सुरत नाही। सुरत दा अर्थ इत्थे करांगे सोझी। जो परमात्मा ने भागां च लिख दिता है ना उहदे तो बिना सोझी कोई नहीं होनी। फिर अर्ज है जे वाहिगुरू जी ने नहीं लिखिया फिर बंदिया तेरे वस कुछ रहना भी नहीं। लिखा बाजों सुरत नाही उस दे लिखे तो बिना जो ने धुर लिखिया है उस लिखे तो बिना प्यारिया सोझी समझ नहीं हुंदी। बोल बोल गवाईया। ते जो एवें अपना आप बोल बोल के झक मार मार के फालतू गल्लां कर करके
ਆਪਣੀ ਜ਼ਿੰਦਗੀ ਨੂੰ ਕਿਉਂ ਵੇਸਟ ਕਰਨਾ ਪਿਆ, ਕਿਉਂ ਜ਼ਿੰਦਗੀ ਤਬਾਹ ਕਰ ਰਿਹਾ ਹੈ। ਜਿੱਥੈ ਜਾਏ ਬਹੀਐ ਭਲਾ ਕਹੀਐ। ਮਹਾਰਾਜ ਕਹਿੰਦੇ ਇੱਕ ਕੰਮ ਕਰੋ ਬੰਦਿਆ, ਜੇ ਅੰਦਰ ਸੁੱਚਾ ਹੋਣਾ ਹੀ ਨਾ, ਜ਼ਿੰਦਗੀ 'ਚ ਇੱਕ ਗੱਲ ਧਾਰਨ ਕਰ ਲੈ, ਜਿੱਥੈ ਜਾਏ ਬਹੀਐ ਭਲਾ ਕਹੀਐ। ਜਿੱਥੇ ਵੀ ਜਾਏ ਉੱਥੇ ਭਲਾ ਬੋਲ ਓਏ, ਭਲਾ ਮੰਗੀਦਾ ਹੈ। ਇੱਥੇ ਵੈਸੇ ਭਲਾ ਕੀ ਹੈ, ਦਰ ਤੇ ਚੰਗਾ ਕਹੇ। ਜਿੱਥੇ ਜਾਏ ਉੱਥੇ ਭਲਾ ਬੋਲ, ਭਲਾ ਮੰਗ, ਭਲਾ ਕਰ। ਸੁਰਤ ਸ਼ਬਦ ਲਿਖਾਈਐ। ਫਿਰ ਇੱਕ ਕੰਮ ਕਰ, ਸੁਰਤ ਸ਼ਬਦ ਲਿਖਾਈਐ। ਆਪਣੀ ਸੁਰਤ ਦੇ ਵਿੱਚ ਗੁਰੂ ਕੇ ਸ਼ਬਦ ਨੂੰ ਲਿਖਾ ਲੈ। ਫਿਰ ਅਰ ਸੁਣਿਓ, ਜਿੱਥੇ ਜਾਏ ਬਈਐ ਭਲਾ ਕਹੀਐ। ਜਿੱਥੇ ਜਾਈਏ ਉੱਥੇ ਭਲਾ ਕਹੀਏ। ਗੁਰਮੁਖੋ ਇਹ ਕਥਾ ਕਰਨੀ ਬੜੀ ਸੌਖੀ ਗੱਲ ਹੈ, ਅਰਥ ਕਰਨੇ। ਭਲਾ ਮੰਗਣਾ ਤੇ ਭਲਾ ਕਹਿਣਾ ਕੋਈ ਬ੍ਰਹਮ ਗਿਆਨੀ ਹੈ ਜੀ। ਇਸ ਮੈਂ ਥੋੜਾ ਜਿਹਾ ਤੇ ਗੱਲ ਜ਼ਰੂਰ ਕਰਨੀ ਚਾਹਨਾ। ਸਾਡਾ ਸੁਭਾਅ ਕੀ ਹੈ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ। ਮੇਰੀ ਫਿਰ ਗੱਲ ਧਿਆਨ ਨਾਲ ਰੱਖਿਓ, ਸੁਣਿਓ। ਜੇ ਆਪਾਂ ਕਿਸੇ ਦਾ ਬੁਰਾ ਸੋਚ ਰਹੇ ਹਾਂ, ਬੁਰਾ ਚਿਤਵ ਰਹੇ ਹਾਂ, ਬੁਰਾ ਮੰਗ ਰਹੇ ਹਾਂ, ਉਹਦਾ ਨਹੀਂ ਹੋਣਾ। ਜੋ ਕੁਝ ਆਪਾਂ ਕਰਨੇ ਪਏ, ਆਪਣੇ ਘਰ ਨੂੰ ਅੱਗ ਲਾਣੇ ਪਏ। ਇੱਕ ਵਾਰ ਅਰਜ਼ ਕੀਤੀ ਸੀ ਇਸੇ ਸਥਾਨ ਤੇ ਕਿ ਮਾਚਿਸ ਵਿੱਚੋਂ ਤੀਲੀ ਕੱਢ ਕੇ ਆਪਾਂ ਅੱਗ ਲਾਣੇ ਆ, ਤੇ ਮਾਚਿਸ ਦੀ ਤੀਲੀ ਫੂਕ ਦਿੰਦੀ ਸਭ ਕੁਝ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖੇ ਕਿ ਇਹ ਤੀਲੀ ਸਮਝੇ ਵੀ ਮੈਂ ਅੱਗ ਤੋਂ ਬਾਜਾਂਗੀ, ਦੂਜੇ ਨੂੰ ਫੂਕਣਾ। ਕਦੀ ਹੋ ਸਕਦਾ ਜੀ? ਤੀਲੀ ਨੂੰ ਅੱਗ ਨਾ ਲੱਗੇ ਤੇ ਤੀਲੀ ਕਹੇ ਮੈਂ ਸਭ ਕੁਝ ਫੂਕ ਦੇਣਾ। ਮਾਚਿਸ ਦੀ ਤੀਲੀ ਦੂਜੇ ਨੂੰ ਸਾੜਨ ਤੋਂ ਪਹਿਲਾਂ ਉਹਨੂੰ ਖੁਦ ਸੜਨਾ ਪਏਗਾ। ਬੜੀ ਸਿੱਧੀ ਗੱਲ ਜੇ। ਜਿਹੜਾ ਬੰਦਾ ਦੂਜੇ ਦਾ ਬੁਰਾ ਕਰਦਾ ਨਾ, ਉਹ ਇੱਕ ਗੱਲ ਜ਼ੇਨ ਚ ਰੱਖ ਕੇ ਚਰੇ ਵੀ ਉਹਦਾ ਭਲਾ ਕਦੀ ਨਹੀਂ ਹੋਣਾ, ਉਹਦਾ ਬੁਰਾ ਹੀ ਹੋਵੇਗਾ। ਮੈਂ ਕਿਸੇ ਦਾ ਬੁਰਾ ਕਹਿ ਰਿਹਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਬਿਰਤੀ ਬਣਾ ਹੋਏ, ਤੂੰ ਪੋਜ਼ਿਟਿਵ ਸੋਚ। ਜਿੰਨੀ ਕੁ ਪੋਜ਼ਿਟਿਵਿਟੀ ਗੁਰੂ ਗ੍ਰੰਥ ਸਾਹਿਬ 'ਚ ਹੈ, ਤੇ ਦੁੱਖ ਨਾਲ ਮੈਨੂੰ ਕਹਿਣਾ ਚਾਹ ਪੈ ਰਿਹਾ, ਜਿੰਨੀਆਂ ਸਾਡੀਆਂ ਸਟੇਜਾਂ ਨੈਗੇਟਿਵਿਟੀ ਪ੍ਰਚਾਰ ਦੀਆਂ ਪਈਆਂ ਨੇ, ਸ਼ਾਇਦ ਕਿਤੇ ਸਾਨੂੰ ਹੋਰ ਥਾਂ ਤੇ ਮਿਲੇ। ਮਹਾਰਾਜ ਜੀ ਨੇ ਕਿਹਾ ਭਾਈ ਜਿੱਥੇ ਜਾਏ ਬਈਏ ਭਲਾ ਕਹੀਏ। ਇੱਕ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਇਹ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਉੱਥੇ ਗੁਰੂ ਸਾਹਿਬ ਨੇ ਫਰਮਾਇਆ ਜਿੱਥੇ ਜਾਏ ਬਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੈ। ਜਿਨ੍ਹਾਂ ਨੇ ਪਹਿਲਾਂ ਮੱਝਾਂ ਚਾਰੀਆਂ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ। ਜਦੋਂ ਮੱਝਾਂ ਚਾਰਦੇ ਸਾਂ ਨਾ, ਡੰਗਰ ਚਾਰਦੇ ਸਾਂ, ਕਿੰਨੀ ਕਿੰਨੀ ਦੂਰ ਮੱਝਾਂ ਲੈ ਜਾਣੀਆਂ, ਪਾਣੀ ਨਹੀਂ ਸੀ ਹੁੰਦਾ। ਤੇ ਉਸ ਵਕਤ ਕੀ ਨੇੜੇ ਕੋਈ ਢਾਬ ਹੋਣੀ ਜਾਂ ਤਲਾਬ ਹੋਣਾ, ਤੇ ਉਹਦੇ ਉੱਤੇ ਜਾਲਾ ਜੰਮਿਆ ਹੁੰਦਾ ਸੀ ਪਾਣੀ ਦਾ। ਬਾਹਰੋਂ ਲੱਗਦਾ ਸੀ ਹਰਾ ਜਾਲਾ ਹੀ ਹੈ, ਕਾਈ ਜੰਮੀ ਹੈ। ਪਰ ਸਿਆਣੇ ਪੁਰਸ਼ ਕਹਿੰਦੇ ਹੁੰਦੇ ਸਨ ਕਿ ਕਾਈ ਵੱਲ ਨਾ ਦੇਖ, ਤੂੰ ਇਸ ਜਾਲੇ ਨੂੰ ਨਤਾਰ ਦੇ ਹੱਥਾਂ ਨਾਲ ਇੱਕ ਪਾਸੇ ਕਰ ਦੇ, ਥੱਲਿਓ ਪਾਣੀ ਨਿਕਲਣਾ, ਤੂੰ ਜਾਲੇ ਨੂੰ ਮਾਰਨਾ ਸਿਰ 'ਚ, ਜਾਲਾ ਛੱਡ। ਤੇਰਾ ਸੰਬੰਧ ਪਿਆਸ ਹੈ, ਤੇਰਾ ਸੰਬੰਧ ਪਾਣੀ ਨਾਲ ਹੈ, ਤੂੰ ਪਾਣੀ ਪੀ ਕੇ ਅੱਗੇ ਚੱਲ। ਗੁਰੂ ਜੀ ਕਹਿੰਦੇ ਇਸ ਦੁਨੀਆ 'ਚ ਜਿੱਥੇ ਸਚਾਈ ਹੋਵੇਗੀ ਉੱਥੇ ਪਰਪੰਚ ਵੀ ਮਿਲੇਗਾ। ਤੂੰ ਇੱਕ ਕੰਮ ਕਰੀ, ਤੂੰ ਬੁਰਿਆਈ ਜਾਲੇ ਨੂੰ ਤਿਆਗ ਦੇ। ਜਿਸ ਪਿਆਸ ਲਈ ਤੂੰ ਆਇਆ, ਤੂੰ ਬੁਰਿਆਈ ਨੂੰ ਛੱਡ, ਤੇ ਤੂੰ ਆਪਣਾ ਚੰਗਿਆਈ ਦੀ ਬੁੱਕ ਭਰ ਕੇ ਆਪਣੀ ਜ਼ਿੰਦਗੀ 'ਚ ਧਾਰਨ ਕਰ। ਇਹ ਗੱਲ ਹੋਰ ਸੱਚ ਮੈਂ ਤੁਹਾਨੂੰ ਕਹਿਣਾ, ਆਪਾਂ ਅਰਦਾਸ ਕਰਨੇ ਆ ਜੀ। ਅਰਦਾਸ ਸਾਡੀ ਸ਼ੁਰੂ ਜਿਹੜੀ ਪੰਥਕ ਸਰੂਪ ਹੈ ਅਰਦਾਸ ਦਾ, ਕਿ ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਤੱਕ। ਮੈਨੂੰ ਸ਼ਬਦ ਵਰਤਣਾ ਜੀ, ਸਾਡੀ ਅਰਦਾਸ ਦਾ ਮੰਗਲ ਹੈ ਜੀ। ਸਾਡੀ ਮੰਗ ਕੋਈ ਨਹੀਂ ਇਹਦੇ 'ਚ, ਇਹਨਾਂ ਚਾਰ ਪਦਿਆਂ 'ਚ ਕੋਈ ਮੰਗ ਨਹੀਂ। ਪਹਿਲਾ ਪਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਮੰਗ ਤੇ ਨਹੀਂ ਨਾ। ਦੂਜੇ ਪਦੇ ਵਿੱਚ ਹੈ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤੀਜੇ ਪਦੇ ਵਿੱਚ ਹੈ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਚੌਥੇ ਪਦੇ ਵਿੱਚ ਹੈ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ 'ਚ ਮੰਗ ਕੋਈ ਨਹੀਂ ਜੀ। ਫਿਰ ਆਪ ਧਿਆਨ ਨਾਲ ਸੁਣਿਓ, ਮੈਂ ਡਿਟੇਲ 'ਚ ਨਹੀਂ ਜਾਣਾ। ਸਭ ਤੋਂ ਪਹਿਲਾਂ ਸਿੱਖ ਦੀ ਅਰਦਾਸ ਖਾਲਸੇ ਪੰਥ ਲਈ ਝੋਲੀ ਅੱਡ ਕੇ ਮੰਗਿਆ ਗਿਆ। ਲੱਖ ਜਥੇਬੰਦੀਆਂ ਬਣਾ ਲਓ, ਲੱਖ ਧੜੇ ਬਣਾ ਲਓ, ਪਰ ਜਦੋਂ ਅਰਦਾਸ ਕਰਨੀ ਹੈ ਝੋਲੀ ਫੈਲਾ ਕੇ ਇਹ ਨਹੀਂ ਕਹਾਂਗੇ ਸਾਡੀ ਸੰਪਰਦਾ ਦਾ ਭਲਾ ਹੋ ਜਾ ਬਾਕੀ ਸਾਰੇ ਮਰ ਜਾਣ।
ਇਹ ਕਹਾਂਗੇ ਕਦੀ? ਮੈਂ ਬੜੇ ਪੇਂਡੂ ਜਿਹਾ ਸ਼ਬਦ ਵਰਤ ਰਿਹਾ। ਸਾਡੀ ਜਥੇਬੰਦੀ ਵੱਜ ਹੈ, ਉੱਥੇ ਕਹਿਣਾ ਪਏਗਾ ਸੱਚੇ ਪਾਤਸ਼ਾਹ ਧੜੇਬੰਦੀ ਕਰਕੇ ਮੇਰੇ ਨਾਲ ਕੋਈ ਬੋਲਦਾ ਨਹੀਂ ਬੋਲਦਾ, ਮੇਰੇ ਖਿਆਲ ਮਿਲਦੇ ਨੇ ਨਹੀਂ ਮਿਲਦੇ, ਮੈਂ ਸਰਬੱਤ ਖਾਲਸੇ ਵਾਸਤੇ ਤੇਰੇ ਤੋਂ ਕੁਝ ਮੰਗਣ ਆਇਆ ਹਾਂ। ਉੱਥੇ ਸਰਬੱਤ ਸ਼ਬਦ ਹੈ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਉਹ ਪਿਆਰਿਓ, ਉੱਥੇ ਤਾਂ ਲਫ਼ਜ਼ ਹੀ ਐਡਾ ਪਿਆਰਾ ਸਾਡੇ ਬਜ਼ੁਰਗਾਂ ਨੇ ਅਰਦਾਸ 'ਚ ਫਿੱਟ ਕੀਤਾ। ਖਾਲਸਾ ਜੀ, ਕਿੱਡਾ ਪਿਆਰਾ ਸ਼ਬਦ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ ਗੁਰਮੁਖੋ। ਪਹਿਲੀ ਗੱਲ ਖਾਲਸੇ ਲਈ ਨਾਮ ਹੈ ਜਿਹੜੀ ਆਪਾਂ ਛੱਡੀ ਬੈਠੇ ਹਾਂ। ਇਹਨੂੰ ਤੋਤਾ ਰਟਨ ਕਹੀ ਜਾਂਦੇ ਆ, ਇਹਨੂੰ ਕਹਿੰਦੇ ਆ ਪਖੰਡ ਲੋਕ ਕਰਦੇ ਪਏ ਆ। ਉਹ ਪਿਆਰਿਓ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦਾ ਜਦੋਂ ਰੋਜ਼ ਨਾਮਚਾ, ਰੋਜ਼ ਨਾਮਚਾ ਚਲੋ ਸ਼ਬਦ ਮੇਰੇ ਮੂੰਹ ਚੋਂ ਨਿਕਲ ਗਿਆ, ਨਿਤ ਕਰਮ ਜਿਹੜਾ ਸਿੱਖ ਦਾ ਉਹ ਪਹਿਲਾਂ ਹੀ ਇਹ ਵੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਮਹਾਰਾਜ ਜੀ ਨੇ ਬਚਨ ਕੀਤਾ ਹੈ। ਤੇ ਖਾਲਸਾ ਜੀ ਉੱਥੇ ਕਹਿ ਕਿ ਵਾਹਿਗੁਰੂ 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 ਚੇਤਾਵੇ 3 ਵਾਰੀ ਕਿਹਾ ਜੀ, ਕਿਉਂਕਿ ਜ਼ਿਆਦਾਤਰ 3 ਹੀ ਕਰਮ ਨੇ ਸਰੀਰ, ਮਨ ਬਚ ਤੇ ਕਰਮ। ਖਾਲਸੇ ਦੇ ਮਨ ਵਿੱਚ ਵੀ ਵਾਹਿਗੁਰੂ ਹੋਵੇ, ਖਾਲਸੇ ਦੇ ਬਚਨਾਂ ਵਿੱਚ ਵੀ ਵਾਹਿਗੁਰੂ ਹੋਵੇ, ਤੇ ਖਾਲਸੇ ਦੇ ਕਰਮ ਵਿੱਚ ਵੀ ਵਾਹਿਗੁਰੂ ਵਰਤੇ। ਹੁਣ ਅਗਲੀ ਗੱਲ ਮੇਰੀ ਧਿਆਨ ਨਾਲ ਸੁਣਿਓ, ਜਿੱਥੇ ਜਾਏ ਬਈਏ ਭਲਾ ਕਹੀਏ। ਖਾਲਸਾ ਜਪ ਰਿਹਾ ਵਾਹਿਗੁਰੂ, ਸਿਮਰਨ ਕਰ ਰਿਹਾ, ਤੇ ਸਿਮਰਨ ਦਾ ਫਲ ਜ਼ਰੂਰ ਮਿਲਣਾ ਪਿਆਰਿਓ। ਭਾਵੇਂ ਕੋਈ ਬੋਲ ਕੇ ਜਪੇ, ਭਾਵੇਂ ਕੋਈ ਆਵਾਜ਼ ਦੇ ਕੇ ਜਪੇ, ਚੁੱਪ ਕਰਕੇ ਜਪੇ, ਨੀਅਤ ਰਾਸ ਕਰਕੇ। ਮੈਂ ਕਹਿੰਦਾ ਉਹਨਾਂ ਛੱਟਾ ਬੀਜ ਦਾ ਦੇ ਦਿਓ, ਬੀਜ ਪੁੱਠਾ ਡਿੱਗ ਪਏ ਪੈਲੀ 'ਚ, ਸਿੱਧਾ ਡਿੱਗ ਪਏ, ਉਹਦਾ ਅੰਕੁਰ ਫੁੱਟ ਕੇ ਬਾਹਰ ਆਉਣਾ ਹੀ ਆਉਣਾ ਹੈ। ਕੋਈ ਵਾਹਿਗੁਰੂ ਕਹਿੰਦਾ, ਕੋਈ ਸਤਨਾਮ ਕਹਿੰਦਾ, ਕੋਈ ਸਵਾਸਾਂ ਨਾਲ ਜਪਦਾ, ਕੋਈ ਸੁਰਤ ਨਾਲ ਜਪਦਾ, ਕੋਈ ਫੁਰਨੇ ਨਾਲ ਜਪਦਾ। ਜਿੱਥੇ ਬੀਜ ਸੱਟਿਆ ਗਿਆ ਨਾਮ ਨੇ ਉਗਣਾ ਹੀ ਉਗਣਾ ਹੈ। ਉਹਦਾ ਫਲ ਕਿਹਨੂੰ ਮਿਲੇ? ਇਹ ਬੇਨਤੀ ਦੱਸਣ ਵਾਲੀ ਦੂਜੇ ਲੋਕਾਂ ਨੂੰ ਜਿਹੜੇ ਇਹ ਸ਼ਬਦ ਵਰਤਦੇ ਆ। ਮੈਨੂੰ ਕੱਲ ਪਰਸੋਂ ਕਿਸੇ ਦੱਸਿਆ ਜੀ ਬਲਡੋਜ਼ਰ ਨਾਲ ਗੁਰਦੁਆਰੇ ਢਾਹ ਦਿੱਤੇ ਜਾਣਗੇ। ਵੈਸੇ ਮੈਂ ਕੋਈ ਸਿਆਸੀ ਕਦੀ ਗੱਲ ਨਹੀਂ ਕੀਤੀ। ਇਹ ਗੱਲ ਚੇਤੇ ਰੱਖਿਓ, ਇਹ ਗੁਰਦੁਆਰੇ ਕਰਕੇ ਮੰਦਿਰ ਵਿੱਚ ਦੀਵਾ ਬਲਦਾ ਪਿਆ ਹੈ। ਇਸ ਨੂੰ ਮੇਰੀ ਫਿਰ ਬੇਨਤੀ ਹੈ। ਰਾਮ ਨਾਰਾਇਣ ਸਿੰਘ ਜੀ ਦਰਦੀ ਸਾਡੇ ਬਹੁਤ ਮਹਾਨ ਕਵੀ ਹੋਇਆ। ਉਹਨਾਂ ਇੱਕ ਕਿਤਾਬ ਲਿਖੀ ਸੀ, ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਉਹਦੇ ਵਿੱਚ ਇੱਕ ਸ਼ਬਦ ਵਰਤਿਆ, ਬੜੀ ਸੋਹਣੀਆਂ ਸਤਰਾਂ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ, ਤੇ ਮੈਂ ਕਦੀ ਨਹੀਂ ਕਹਿੰਦਾ ਕਿ ਆ ਫਲਾਣਾ ਬੰਦਾ ਪੰਡਿਤ ਆਇਆ। ਯਾਦ ਰੱਖਿਓ, ਭਾਈ ਮਤੀ ਦਾਸ, ਭਾਈ ਸਤੀ ਦਾਸ ਪਿਛੋਕੜ ਬ੍ਰਾਹਮਣ ਸੀ, ਸਿੱਖ ਹੋਏ ਤੇ ਸ਼ਹੀਦ ਹੋਏ ਆ। ਕਿਸੇ ਇੱਕ ਕਮਿਊਨਿਟੀ ਨੂੰ ਟਾਰਗੇਟ ਬਣਾ ਕੇ ਨਿੰਦਣਾ ਨਹੀਂ ਚਾਹੀਦਾ। ਭਾਈ ਕਿਰਪਾ ਰਾਮ ਦੱਤ ਜਿਨੇ ਡੈਪੂਟੇਸ਼ਨ ਲੈ ਕੇ ਮਟਨ ਤੋਂ ਆਇਆ, ਤੇ ਚਮਕੌਰ ਗੜੀ ਵਿੱਚ ਭਾਈ ਕਿਰਪਾ ਸਿੰਘ ਸ਼ਹੀਦ ਹੋਇਆ ਹੈ। ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ, ਸਿੱਖ ਹੋਵੇ, ਸਿੱਖ ਇਹ ਸ਼ਬਦ ਕਿਉਂ ਕਹੇ ਜੀ ਮਸਜਿਦ ਢਾਹ ਦਿਓ, ਮੰਦਿਰ ਢਾਹ ਦਿਓ? ਹਿੰਦੂ ਕਿਉਂ ਕਹੇ? ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਵਿੱਚ ਮੰਦਿਰ ਤੇ ਮਸਜਿਦਾਂ ਬਣੇ ਨੇ। ਮੰਦਿਰਾਂ ਦੇ ਨਾਂ ਤੇ, ਸੋਮਨਾਥ ਦੇ ਮੰਦਿਰ ਦੇ ਨਾਂ ਤੇ, ਇਹਨੂੰ ਨੈਗੇਟਿਵਿਟੀ ਜੀ ਸਿੱਖੋ ਅਰਥ ਨਾ ਕਰਿਓ। ਉਹਨੇ ਲੱਖਾਂ ਰੁਪਈਆਂ ਦੀਆਂ ਜਗੀਰਾਂ ਲਾਈਆਂ। ਰਾਮ ਨਾਰਾਇਣ ਸਿੰਘ ਜੀ ਦਰਦੀ ਬਜ਼ੁਰਗਾਂ ਨੇ ਇੱਕ ਸ਼ਬਦ ਲਿਖਿਆ, ਕਹਿਣ ਲੱਗੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਿਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ ਹੈ। ਮੇਰੀ ਫਿਰ ਬੇਨਤੀ ਹੈ, ਖਾਲਸਾ ਜੀ ਮੇਰੀ ਬੇਨਤੀ, ਸਾਡੀ ਅਰਦਾਸ 'ਚ ਭਲਾ ਹੈ। ਇੱਥੇ ਹੈ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ, ਤੇ ਭਲਾ ਕੱਲਾ ਸਿੱਖਾਂ ਦਾ ਹੋਵੇ। ਤੁਸੀਂ ਪੜੋ, ਚਿੱਤ ਆਵਣ ਕਾ ਸਦਕਾ, ਅੱਗੇ ਕੀ ਹੈ? ਸਰਬ ਸੁਖ ਹੋਵੇ। ਕੱਲੇ ਇੱਕ ਖਿੱਤੇ ਦਾ ਸੁਖ ਨਾ ਹੋਵੇ। ਗੁਰੂ ਸਾਹਿਬ ਨੇ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਤੇ ਪਿਆਰਿਓ, ਸਾਡੀ ਅਰਦਾਸ ਅੱਧੇ ਘੰਟੇ ਦੀ ਹੋਵੇ, ਘੰਟੇ ਦੀ ਹੋਵੇ, ਤੁਸੀਂ 2 ਘੰਟੇ ਅਰਦਾਸ 'ਚ ਪ੍ਰਮਾਣ ਦੇਈ ਜਾਓ, ਤੇ ਮੱਥਾ ਟੇਕ ਕੇ ਅਰਦਾਸ ਉਦੋਂ ਕਬੂਲ ਹੋਣੀ ਹੈ ਜਦੋਂ ਜ਼ੁਬਾਨ ਤੋਂ ਕਹੋਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਇਸ ਕੁੜੱਤਣ ਨਾਲ ਮੁਲਕ ਵਸਦੇ ਨਹੀਂ ਹੁੰਦੇ। ਧਰਮ ਤਾਂ ਜੋੜਦਾ ਹੈ। ਮੈਂ ਫਿਰ ਬੇਨਤੀ ਕਰਾਂ, ਕੋਈ ਬੰਦਾ ਹੋਵੇ, ਕੱਲਾ ਕੋਈ ਸਿੱਖ ਹੀ ਹੋ ਜਾਏ ਸ਼ਬਦ ਕਹੇ ਨਹੀਂ। ਪਿਆਰਿਓ,
ਰੱਬ ਦੇ ਘਰਾਂ ਲਈ ਸ਼ਬਦ ਨਹੀਂ ਵਰਦੀ ਹੁੰਦੇ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਤਾਂ ਹਿਰਦਾ ਇੰਨਾ ਵਿਸ਼ਾਲ ਹੈ, ਦਿਉਰਾ ਮਸੀਤ ਸੋਈ ਪੂਜਾ ਉਹ ਨਵਾਜ ਹੋਈ ਮਾਨਸ ਸਭ ਏਕ ਪਏ ਅਨੇਕੋ ਪ੍ਰਭਾਵ ਹੈ। ਗੁਰੂ ਸਾਹਿਬ ਨੇ ਇਹਨਾਂ ਇਮਾਰਤਾਂ ਦਾ ਜ਼ਿਕਰ ਵੀ ਕੀਤਾ। ਭਲਾ ਮੰਗੀਏ, ਪਰ ਅਗਲੀ ਗੱਲ, ਭਲਾ ਉਹ ਮੰਗੇਗਾ ਜਿਹਦੇ ਅੰਦਰ ਭਲਾ ਹੋਵੇਗਾ ਨਾ। ਬੁਰੇ ਵਾਲਾ ਕਦੀ ਭਲਾ ਨਹੀਂ ਮੰਗ ਸਕਦਾ। ਜੋ ਭਾਵੇਂ ਜੋ ਮਰਜ਼ੀ ਕਹੇ, ਜੇ ਤੁਹਾਡਾ ਭਲਾ ਹੋਵੇ ਉਹਦਾ ਅੰਦਰ। ਗੁਰੂ ਸਾਹਿਬ ਨੇ ਕਿਹਾ ਅੱਧੇ ਤੇਰੇ ਦੁੱਖ ਤੇਰੀ ਦਵਾਈ ਉਦਨ ਛੁੱਟ ਜਾਣੀ ਹੈ, ਬਸ ਇੱਕ ਕੰਮ ਕਰ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਹੀ ਮੀਤ। ਭਲਾ ਉਹ ਮੰਗਦਾ ਜਿਹਦੇ ਅੰਦਰ ਭਲਾ ਹੋਵੇਗਾ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ। ਭਾਈ ਗੁਰਦਾਸ ਸਾਹਿਬ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖੈ। ਗੁਰੂ ਸਾਹਿਬ ਕਹਿੰਦੇ ਜੇ ਅੰਦਰ ਧੋਣੇ ਹੀ ਬਾਹਰ ਨਹਾਉਣ ਤੁਰਿਆ, ਜਿੱਥੇ ਜਾਓ ਉੱਥੇ ਭਲਾ ਕਹੋ, ਭਲੇ ਵਿੱਚ ਹੀ ਸੁਖ ਹੈ। ਸੁਰਤ ਸ਼ਬਦ ਲਿਖਾਈਐ, ਆਪਣੀ ਸੁਰਤ ਵਿੱਚ ਗੁਰੂ ਕੇ ਸ਼ਬਦ ਨੂੰ ਲਿਖਾ। ਕਾਇਆ ਕੂੜ ਵਿਗਾੜ, ਸਤਿਗੁਰੂ ਕਹਿੰਦੇ ਨੇ ਇਸ ਕਾਇਆ ਦੇ ਵਿੱਚ ਮੈਲ ਹੈ, ਇਹ ਵਾਸ਼ਨਾ ਦੀ ਮੈਲ ਹੈ। ਕਾਹੇ ਨਹਾਈਐ, ਜੇ ਅੰਦਰ ਦੀ ਮੈਲ ਹੈ ਫਿਰ ਬਾਹਰ ਤੂੰ ਇਸ਼ਨਾਨ ਕੀ ਕਰੇਗਾ। ਤਾਂ ਮੈਂ ਕਹਿਆ ਕਹਿਣ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰ ਰਿਹਾ, ਵਾਹਿਗੁਰੂ ਜੀ ਤਾਂ ਮੈਂ ਕਹਿਆ ਕਹਿਣ। ਇਹ ਸਿਮਰਨ ਮੈਂ ਆਪ ਨਹੀਂ ਕੀਤਾ, ਮੈਂ ਇਹ ਬਾਣੀ ਆਪ ਨਹੀਂ ਉਚਾਰ ਰਿਹਾ, ਇਹ ਮੈਂ ਤਾਂ ਕਿਹਾ ਹੈ। ਜਾ ਤੁਝੈ ਕਹਾਇਆ, ਵਾਹਿਗੁਰੂ ਜੀ ਸਾਡੀ ਕੀ ਸਮਰੱਥਾ ਅਸੀਂ ਤੁਹਾਡਾ ਜਾਪ ਕਰ ਸਕੀਏ, ਸਾਡੇ 'ਚ ਕੀ ਤਾਕਤ ਹੈ ਅਸੀਂ ਤੁਹਾਡੀ ਬਾਣੀ ਬੋਲ ਸਕੀਏ। ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ। ਮਹਾਰਾਜ ਇਹ ਖਸਮ ਜੀ ਹਾਂ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਜਿਮ ਜਿਮ ਕਹੀ ਤਿਮੈ ਤਿਮ ਕਹਿਹੂੰ। ਧੰਨ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ ਜਿਵੇਂ ਤੁਸੀਂ ਬੁਲਾਉਂਦੇ ਹੋ ਮੈਂ ਉਸੇ ਤਰ੍ਹਾਂ ਕਹਿ ਰਿਹਾ। ਅਸੀਂ ਸਿਮਰਨ ਆਪ ਨਹੀਂ ਕਰ ਰਹੇ, ਇਹ ਤੁਸੀਂ ਕਹਾਇਆ ਹੈ। ਅੰਮ੍ਰਿਤ ਹਰਿ ਕਾ ਨਾਮ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਹੈ। ਮੇਰੇ ਮਨ ਭਾਇਆ, ਮੇਰੇ ਮਨ ਨੂੰ ਜੋ ਚੰਗਾ ਲੱਗਿਆ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਵਾਹਿਗੁਰੂ ਜੀ ਆਪ ਜੀ ਦਾ ਨਾਮ ਅੰਮ੍ਰਿਤ। ਪਰ ਤਾਂ ਜੇ ਤੁਹਾਨੂੰ ਚੰਗਾ ਲੱਗਾ ਤਾਂ ਤੁਸੀਂ ਕਿਰਪਾ ਕੀਤੀ ਹੈ। ਨਾਮ ਮੀਠਾ ਮਨਹਿ ਲਾਗਾ, ਵਾਹਿਗੁਰੂ ਜੀ ਦਾ ਨਾਮ ਸਾਡੇ ਮਨ ਨੂੰ ਅਤ ਦਾ ਮਿੱਠਾ ਲੱਗਾ ਹੈ। ਦੁਖ ਡੇਰਾ ਢਾਹਿਆ, ਜਿਹੜਾ ਅੰਦਰ ਦੁੱਖ ਆਪਣਾ ਟਿਕਾਣਾ ਬਣਾ ਕੇ ਬੈਠਾ ਸੀ, ਡੇਰਾ ਜਮਾਈ ਬੈਠਾ ਸੀ, ਦਿਨੇ ਵੀ ਦੁੱਖ ਰਾਤ ਨੂੰ ਵੀ ਦੁੱਖ, ਸੱਚੀ ਚਿੰਤਾ 'ਚ ਮਰਿਆ ਪਿਆ ਸੀ। ਕਹਿੰਦੇ ਤੁਸੀਂ ਬੜੀ ਕਿਰਪਾ ਕੀਤੀ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ। ਨਸ ਵੰਝੋ ਕਿਲ ਵਿਖੋ ਕਰਤਾ ਕਰ ਆਇਆ, ਦੂਤੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਉਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਸਾਰੇ ਦੁੱਖ ਦੇ ਟਿਕਾਣੇ ਉਡਾ ਦਿੱਤੇ ਹਨ। ਸੁਖ ਮਨ ਮਹਿ ਆਏ ਵਸਿਆ, ਪਿਆਰਿਓ ਜਿਹੜਾ ਰੂਹਾਨੀ ਸੁੱਖ ਸੀ, ਫਿਰ ਯਾਦ ਰੱਖਿਓ ਇੱਕ ਹੈ ਇੰਦਰਿਆਵੀ ਸੁੱਖ ਜਿਹਨੂੰ ਅਸੀਂ ਕਹਿੰਦੇ ਆ ਮਾਇਕ ਸੁੱਖ। ਇਹ ਛਿਨ ਭੰਗਰ ਹੈ ਜੀ, ਆਇਆ ਤੇ ਗਿਆ। ਪਰ ਆ ਜਿਹੜਾ ਸੁੱਖ ਹੈ ਨਾ, ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋ ਸਕਦੀ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਉਹ ਸੁਖ ਧੁਰ ਮਨ ਅੰਦਰ ਵਸਿਆ ਹੈ। ਜਾਮ ਤੈ ਫੁਰਮਾਇਆ, हे ਵਾਹਿਗੁਰੂ ਜੀ ਜਦੋਂ ਤੁਸੀਂ ਬਖਸ਼ਿਸ਼ ਕੀਤੀ, ਤੁਹਾਡੀ ਕਿਰਪਾ ਨਾਲ ਸੁਖ ਆਇਆ। ਆਪਣੇ ਆਪ ਸੁਖ ਮਿਲਦਾ ਸਾਰੇ ਨਾਲ ਲੈ ਲੈਂਦੇ, ਇਹ ਤੁਹਾਡੀ ਰਹਿਮਤ ਨਾਲ ਮਿਲਿਆ ਹੈ। ਨਦਰ ਤੁਧ ਅਰਦਾਸ ਮੇਰੀ, ਆ ਗੁਰਮੁਖੋ ਬਸ ਚੇਤੇ ਰੱਖ ਕੇ ਅੱਜ ਪੱਲੇ ਬੰਨੀਆਂ ਗੱਲ। ਫਿਰ ਦੁਬਾਰਾ ਪੜੋ ਭਾਈ ਸਾਹਿਬ ਜੀ। ਨਦਰ ਤੁਧ ਅਰਦਾਸ ਮੇਰੀ, ਸਤਿਗੁਰੂ ਜੀ ਨਦਰ ਤੁਧ ਅਰਦਾਸ ਮੇਰੀ। ਮੈਂ ਸਿਰਫ ਫਰਿਆਦ ਕਰ ਸਕਣਾ ਤੇ ਨਦਰ ਤੁਸੀਂ ਕਰਨੀ ਹੈ। ਫਿਰ ਸੁਣਿਓ ਇਹਨੂੰ ਲਫ਼ਜ਼ ਪੰਜਾਬੀ 'ਚ ਮੈਂ ਸਿੱਧੇ ਬਣਾ ਲਾਂ, ਨਦਰ ਤੇਰੀ ਅਰਦਾਸ ਮੇਰੀ। ਤੁਹਾਡੀ ਨਦਰ ਹੈ, ਮੇਰੀ ਅਰਦਾਸ ਹੈ। ਮੈਂ ਧੱਕਾ ਨਹੀਂ ਕਰ ਸਕਦਾ, मैं सिर्फ बेनती कर सकना, जिस ठाकुर से नाही चारा ताको कीजै सद नमस्कारा। प्यारिओ नदर मंगल नहीं भी अरदास करनी पैंदी। महाराज सच्चे पातशाह कह रहे ने तुहाडी नदर ते मेरी अरदास, मेरी पुकार है
ਤੇ ਤੁਹਾਡੀ ਨਦਰ ਹੈ। ਜਿਨ ਆਪ ਉਪਾਇਆ ਜਿਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣਾ ਆਪ ਸਿਰਜਿਆ, ਆਪਣੇ ਆਪ ਨੂੰ ਸਾਕਾਰ ਕੀਤਾ ਹੈ। ਤਾ ਮੈਂ ਕਹਿਆ ਕਹਿਣ ਵਾਹਿਗੁਰੂ ਜੀ, ਮੈਂ ਤਾਂ ਕਿਹਾ, ਤਾਂ ਮੈਂ ਸਿਮਰਨ ਕਰ ਰਿਹਾ, ਤਾਂ ਮੈਂ ਬੰਦਗੀ ਕਰ ਰਿਹਾ, ਤਾਂ ਮੈਂ ਸ਼ਬਦ ਗਾ ਰਿਹਾ, ਜਦੋਂ ਤੁਸੀਂ ਕਿਰਪਾ ਕੀਤੀ। ਜਾ ਤੁਝੈ ਕਹਾਇਆ ਜਦੋਂ ਵਾਹਿਗੁਰੂ ਜੀ ਤੁਸੀਂ ਮਿਹਰ ਕਰਕੇ ਬੁਲਾਇਆ ਨਾ, ਬੁਲਾਇਆ ਬੋਲੀ ਤੇਰਾ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਈ। ਬੇਸ਼ੁਮਾਰ ਅਥਾ ਅਗੰਤ ਅਤੁੱਲ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਮੇਰੇ ਵਾਹਿਗੁਰੂ ਮੈਂ ਤਾਂ ਬੋਲ ਰਿਹਾ ਜੇ ਤੁਸੀਂ ਮੈਨੂੰ ਬੁਲਾ ਰਹੇ ਹੋ। ਵਾਰੀ ਖਸਮ ਕਢਾਏ। ਹੁਣ ਇਸ ਪਦੇ ਨੂੰ ਧਿਆਨ ਨਾਲ ਸੁਣਿਓ, ਵਾਰੀ ਖਸਮ ਕਢਾਏ। ਵਾਰੀ ਦਾ ਅਰਥ ਹੈ ਮੌਕਾ, ਖਸਮ ਦਾ ਅਰਥ ਹੈ ਵਾਹਿਗੁਰੂ। ਅੱਗੇ ਮਹਾਰਾਜ ਕਹਿੰਦੇ ਵਾਰੀ ਖਸਮ ਕਢਾਏ, ਕਢਾਏ ਦਾ ਅਰਥ ਹੈ ਕੱਢੀ, ਲਿਆਂਦੀ, ਮੌਕਾ ਦਿੱਤਾ। ਪਰਮਾਤਮਾ ਨੇ ਸਾਨੂੰ ਵਾਰੀ ਦਿੱਤੀ। ਵਾਰੀ ਜਿਹਨੂੰ ਆਪਾਂ ਕਹਿੰਦੇ ਵਾਰੀ ਆਉਣੀ, ਮਹਾਰਾਜ ਕਹਿੰਦੇ ਇਹ ਵਾਰੀ ਖਸਮ ਨੇ ਕਢਾਈ ਹੈ। ਕਿਰਤ ਕਮਾਵਣਾ ਜਿਸ ਬੰਦੇ ਨੇ ਪੂਰਬਲੀ ਜਿਹੜੀ ਕਿਰਤ ਸੀ ਜੀ, ਮਨੁੱਖਾ ਜਨਮ ਦੀ ਵਾਰੀ ਕਿਤੇ ਚੰਗੇ ਕਰਮ ਕਰਕੇ ਮਿਲੀ, ਜਿਹਨੂੰ ਆਪਾਂ ਕਹਿੰਦੇ ਆ ਕਰਮੀ ਆਵੇ ਕੱਪੜਾ, ਚੰਗੇ ਕਰਮਾਂ ਨਾਲ ਸਰੀਰ ਕੱਪੜਾ ਮਿਲਿਆ। ਇਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਨਿਕਲੀ ਨਾ, ਸਾਡੀ ਲਾਟਰੀ ਨਿਕਲੀ ਕਹਿ ਲੋ ਸ਼ਬਦ ਨਾਲ, ਪਤਾ ਨਹੀਂ ਕਿੰਨੇ ਕਿੰਨੇ ਸੈੱਲ ਨਿੱਕੇ ਨਿੱਕੇ ਆਏ ਸਨ, ਮੇਲ ਫੀਮੇਲ ਦਾ ਮਾਂ ਬਾਪ ਦਾ ਸੰਜੋਗ ਹੋਇਆ, ਕਿੰਨੇ ਨਿੱਕੇ ਨਿੱਕੇ ਸੈੱਲ ਆਏ ਸਨ, ਸਾਰਿਆਂ ਨੂੰ ਵਾਰੀ ਨਹੀਂ ਮਿਲੀ, ਸਾਰੇ ਛੀਣ ਹੋ ਗਏ। ਉਹ ਬੰਦਿਆਂ ਤੋਂ ਐਵੇਂ, ਮੈਂ ਪਿਛਲੇ ਸਾਲ ਵੀ ਕਿਹਾ, ਐਵੇਂ ਕਲਪੀ ਜਾਣਾ ਮਣਾ, ਹੁਣ ਤਾਂ ਤੇਰੇ ਕੋਲ ਬਾਹਰ ਸਵਾਸ ਨੇ, ਤੇਰੇ ਕੋਲ ਵਜੂਦ ਹੈ, ਤੇਰੇ ਕੋਲ ਸੋਚ ਹੈ, ਤੂੰ ਤਾਂ ਆਪਣੇ ਜਨਮ ਤੋਂ ਪਹਿਲਾਂ ਕਰੋੜਾਂ ਨੂੰ ਪਿੱਛੇ ਛੱਡ ਕੇ ਆਇਆ। ਸਿਆਣੇ ਮੇਰੀ ਗੱਲ ਸਮਝ ਗਏ, ਨਿੱਕੇ ਨਿੱਕੇ ਸੈੱਲ ਸਾਰੇ ਮਰ ਗਏ, ਸਿਰਫ ਰੱਬ ਨੇ ਤੈਨੂੰ ਵਾਰੀ ਦਿੱਤੀ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਇਹ ਤੇਰਾ ਸਮਾਂ ਹੈ। ਪਰ ਜਿਹੜੇ ਪੂਰਬਲੀ ਕਿਰਤ ਕਮਾਈ, ਉਹਨੂੰ ਇਹ ਵਕਤ ਮਿਲਿਆ ਹੈ। ਮੰਦਾ ਕਿਸੈ ਨਾ ਆਖ। ਹਾਂ, ਵਾਹਿਗੁਰੂ ਜੀ ਕਹਿੰਦੇ ਨੇ ਕਿਸੇ ਨੂੰ, ਗੁਰੂ ਨਾਨਕ ਸਾਹਿਬ ਕਹਿੰਦੇ ਕਿਸੇ ਨੂੰ ਮੰਦਾ ਨਾ ਆਖ ਹੋਏ। ਕਿੱਡੇ ਅੱਜ ਸਾਨੂੰ ਸਮੱਤ ਪੈ ਦਿੰਦੇ ਆ, ਕਹਿੰਦੇ ਭਲਾ ਕਿਆ ਕਰ, ਕਿਸੇ ਨੂੰ ਮੰਦਾ ਨਾ ਆਖਿਆ ਕਰ। ਨਹੀਂ ਕਦੀ ਵੀ ਮੰਦਾ ਬੋਲਣਾ। ਝਗੜਾ ਪਾਵਣਾ ਪਿਆਰਿਓ, ਮੰਦਾ ਬੋਲ ਕੇ ਝਗੜਾ ਪਾ ਕੇ ਕੀ ਲਏਗਾ? ਜ਼ਿੰਦਗੀ ਤੇ 4 ਦਿਨਾਂ ਦੀ ਹੈ ਨਾ ਜੀ। ਇੱਥੇ ਜੇ ਸਾਰੀ ਜ਼ਿੰਦਗੀ ਝਗੜਦੀ ਰਹਿ ਗਏ, ਕੇਸ ਚਿੱਟੇ ਹੋ ਗਿਆ, ਮਨ ਕਾਲੇ ਦਾ ਕਾਲਾ ਰਹਿ ਗਿਆ, ਫਿਰ ਕੀ ਫਾਇਦਾ ਹੋਇਆ? ਗੁਰੂ ਸਾਹਿਬ ਕਹਿੰਦੇ ਕਿਸੇ ਨੂੰ ਮੰਦਾ ਨਾ ਆਖ ਤੇ ਕਿਸੇ ਨਾਲ ਝਗੜਾ ਨਾ ਪਾ। ਨਹਿ ਪਾਏ ਝਗੜਾ ਸਵਾਮ ਸੇਤੀ। ਹੁਣ ਅੱਗੇ ਸਾਨੂੰ ਹੋਰ ਸਮੱਤ ਦੇ ਰਹੇ ਸੱਚੇ ਪਿਤਾ ਜੀ, ਕਹਿੰਦੇ ਜਿਹੜਾ ਬੰਦਾ ਝਗੜਾਲੂ ਹੈ ਨਾ, ਜਿਹਦਾ ਕੰਮ ਹੀ ਹੈ ਪੁੱਠਾ ਹੀ ਬੋਲੀ ਜਾਣਾ, ਪੁੱਠੀ ਬੋਲੀ ਜਾਣਾ, ਕਹਿੰਦੇ ਉਹ ਬੰਦਾ ਕਦੀ ਰੱਬ ਦੇ ਨਾਲ ਵੀ ਨਹੀਂ ਬਣਾ ਸਕਦਾ। ਸੱਚੀ ਜੇ ਜਿਹੜਾ ਔਗਣ ਕੱਢ ਰਿਹਾ ਨਾ, ਰੱਬ ਨਾਲ ਵੀ ਲੜਨ ਲੱਗ ਪੈਂਦਾ। ਹਾਲਾਂਕਿ ਉਹਦੇ ਨਾਲ ਸਾਰੀ ਦੁਨੀਆ ਲੜ ਪਏ, ਉਹਨੂੰ ਕਿਹੜੇ ਵੋਟਾਂ ਦੀ ਲੋੜ ਹੈ? ਉਹ ਤਾਂ ਬੈਠਾ ਆਰਾਮ ਨਾਲ। ਸਾਰੀ ਦੁਨੀਆ ਕਹਿੰਦੇ ਸੀ ਨਹੀਂ ਮੰਨਦੀ, ਨਹੀਂ ਮੰਨਦੇ, ਨਾ ਮੰਨੋ, ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਮਹਾਰਾਜ ਕਹਿੰਦੇ ਜਿਹੜੇ ਬੰਦੇ ਮੰਦੇ ਹੀ ਬੋਲੀ ਜਾਂਦੇ ਆ, ਮੰਦੇ ਹੀ ਝਗੜਾ ਹਰ ਥਾਂ ਤੇ। ਇਹਦਾ ਗੁਰਬਾਣੀ 'ਚ ਇੱਕ ਸ਼ਬਦ ਆਇਆ, ਚੋਰਾਂ ਜਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾਰ ਆਸਾਂ ਕੀ ਵਾਰ 'ਚ। ਯਾਦ ਰੱਖਿਓ, ਟਰਬਲ ਮੇਕਰ ਬੰਦਿਆਂ ਨੂੰ ਜਵਾਰੀਆਂ ਨਾਲ ਤੁਲਨਾ ਦਿੱਤੀ ਹੈ, ਜਿਨ੍ਹਾਂ ਦਾ ਕੰਮ ਹੀ ਸਿਰਫ ਝਗੜਾ ਹੀ ਪਾਈ ਜਾਣਾ ਜੀ, ਜਿਹਨੂੰ ਸਾਡੇ ਪੰਜਾਬੀ 'ਚ ਕਹਿੰਦੇ ਨਾ ਖੇਡਣਾ ਨਾ ਖੇਡਣ ਦੇਣਾ ਹੈ। ਮਹਾਰਾਜ ਕਹਿੰਦੇ ਨੇ ਕਿ ਤੂੰ ਕਿਉਂ ਝਗੜਾ ਪਾਈ ਬੈਠਾ? ਹਾਂ, ਮੈਂ ਇੱਕ ਬੇਨਤੀ ਕਰਾਂ, ਸੁਹਿਰਦਤਾ ਨਾਲ ਵਿਰੋਧ ਕਰੋ ਤੇ ਕੁਝ ਮਿਲਦਾ ਹੈ। ਮੈਂ ਲਫ਼ਜ਼ ਵਿਰੋਧ ਵਰਤਿਆ। ਸੁਹਿਰਦਤਾ ਨਾਲ ਚੰਗੀ ਕੌਮੀ ਉਸਾਰੀ ਲਈ ਵਿਰੋਧ ਕਰੋ, ਕੌਮੀ ਉਸਾਰੀ ਲਈ ਜ਼ਰੂਰ ਕੁਝ ਪ੍ਰਾਪਤੀ ਹੁੰਦੀ ਹੈ। ਜਿੱਥੇ ਗਲਤੀ ਦਿਸੇ, ਵਿਰੋਧੀ ਬਣ ਕੇ ਵਿਰੋਧ ਕਰੋਗੇ, ਯਾਦ ਰੱਖਿਓ ਜ਼ਿੰਦਗੀ 'ਚ ਕੁਝ ਵੀ ਚੰਗਾ ਨਹੀਂ ਦਿਸਣਾ। ਇਹਨੂੰ ਥੋੜਾ ਜਿਹਾ ਇੱਕ ਨੁਕਤੇ ਨਾਲ ਮੈਂ ਅਰਜ਼ ਕਰਨਾ ਚਾਹਾਂਗਾ। ਪਿਛਲੇ ਸਾਲ ਵੀ ਇਹ ਇੱਕ ਸ਼ਬਦ ਆਇਆ ਸੀ, ਇੱਕ ਹੁੰਦਾ ਨਿੰਦਕ, ਇੱਕ ਹੁੰਦਾ ਨੁਕਤਾਚੀਨ। ਆਪਾਂ ਕਹਿੰਦੇ ਬੜੀਆਂ ਨੁਕਤਾਚੀਨੀ ਕਰਦਾ ਜੇ। ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਆ, ਨੁਕਤਾਚੀਨ ਸਿਆਣਾ ਹੁੰਦਾ ਹੈ, ਨਿੰਦਕ ਮੂਰਖ ਹੁੰਦਾ ਹੈ। ਆਪਾਂ ਕਹਾਂਗੇ ਦੋਨਾਂ 'ਚ ਫਰਕ ਹੈ ਜੀ।
ਨਿੰਦਕ ਵਿੱਚ ਤੇ ਨੁਕਤਾਚੀਨ 'ਚ ਫਰਕ ਹੈ। ਚਲੋ ਨੁਕਤਾ ਸ਼ਬਦ ਅਸੀਂ ਪਰਸ਼ੀਅਨ ਵਿੱਚੋਂ ਵਰਤਨੇ, ਜਿਹਨੂੰ ਬਿੰਦੂ ਕਹਿੰਦੇ ਆ। ਕਿਸੇ ਚੀਜ਼ ਵਿੱਚ ਕੋਈ ਮੰਨ ਲਓ ਕਿਸੇ ਨੇ ਕਵਿਤਾ ਲਿਖੀ ਤੇ ਉਹਨੇ ਉਹ ਰਚਨਾ ਲਿਖ ਕੇ ਆਪਣੇ ਤੋਂ ਚੰਗੇ ਬੰਦੇ ਨੂੰ ਕਿਹਾ ਜੀ ਆਹ ਮੈਂ ਕਵਿਤਾ ਲਿਖੀ, ਇਹ ਦੇਖਿਓ, ਜਿੱਥੇ ਲੋੜ ਪਏ ਸੁਧਾਈ ਕਰ ਦਿਓ। ਹੁਣ ਉਹ ਬੰਦਾ ਜਿਹੜਾ ਕਵਿਤਾ ਨੂੰ ਅੱਗੇ ਜਾਣਦਾ, ਪਿੰਗਲ ਨੂੰ ਜਾਣਦਾ ਜਾਂ ਅਰੂਜ ਨੂੰ ਜਾਣਦਾ, ਉਸ ਕਵਿਤਾ ਨੂੰ ਦੇਖਦਾ, ਮਾਤਰਾ ਨੂੰ ਜਾਣਦਾ, ਲਘੂ ਦੀਰਘ ਸਭ ਕੁਝ ਜਾਣਦਾ, ਉਹ ਕਵਿਤਾ ਨੂੰ ਪੜ੍ਹੇਗਾ ਨਾ ਜੀ। ਤੇ ਫਿਰ ਜਿੱਥੇ ਜਿੱਥੇ ਉਹਨੂੰ ਕਿਤੇ ਪੋਇਟਰੀ ਦੇ ਤੌਰ ਤੇ, ਮਾਤਰਾ ਦੇ ਤੌਰ ਤੇ, ਲਫ਼ਜ਼ਾਂ ਦੇ ਤੌਰ ਤੇ ਕਿਤੇ ਘਾਟ ਮਹਿਸੂਸ ਹੋਏਗੀ, ਠੀਕ ਹੈ, ਉਹਨੂੰ ਇੱਕੋ ਦਮ ਉਹ ਪੈਨ ਦੇ ਨਾਲ ਗੋਲਾਈ ਵਿੱਚ ਲੈਏਗਾ, ਨਿਸ਼ਾਨ ਲਾ ਦੇਗਾ ਤੇ ਵਾਪਸ ਭੇਜ ਕੇ ਕਹੇਗਾ ਕਵਿਤਾ ਤੇਰੀ ਬਹੁਤ ਸੋਹਣੀ ਆ, ਪਰ ਆਹ ਚੀਜ਼ਾਂ ਥੋੜੀਆਂ ਜਿਹੀਆਂ ਇਹਨੂੰ ਠੀਕ ਕਰ ਲੈ। ਯਾਦ ਰੱਖਿਓ, ਉਹ ਨੁਕਤਾ ਉਹ ਹੀ ਦੱਸ ਸਕਦਾ ਜਿਹਨੂੰ ਪੋਇਟਰੀ ਦੀ ਸਮਝ ਗਏ। ਤੇ ਜੇ ਮੇਰੇ ਵਰਗੇ ਨੂੰ ਜਾ ਕੇ ਕਹੋ ਕਵਿਤਾ ਪੜ੍ਹੋ, ਉਹ 4 ਅੱਖਰ ਪੜ੍ਹ ਕੇ ਕਹੇਗਾ ਇਹ ਕੀ ਲਿਖਿਆ ਤੂੰ। ਯਾਦ ਰੱਖਿਓ, ਨੁਕਤਾ ਚਿੰਨਣ ਵਾਸਤੇ ਅਕਲ ਚਾਹੀਦੀ ਹੈ, ਨਿੰਦਿਆ ਵਾਸਤੇ ਅਕਲ ਨਹੀਂ ਚਾਹੀਦੀ, ਮੂਰਖਤਾ ਹੀ ਚਾਹੀਦੀ ਹੈ। ਮੂਰਖ ਤੋਂ ਮੂਰਖ ਬੰਦਾ ਵੀ ਨਿੰਦਿਆ ਕਰ ਸਕਦਾ ਹੈ, ਨੁਕਤੇ ਚਿੰਨਣ ਵਾਲੇ ਸਿਆਣੇ ਹੁੰਦੇ ਆ। ਮੈਂ ਤਾਂ ਬੇਨਤੀ ਕੀਤੀ, ਮਹਾਰਾਜ ਕਹਿੰਦੇ ਨੇ ਝਗੜਾ ਪਾਉਣ ਵਾਲਾ ਰੱਬ ਨਾਲ ਵੀ ਝਗੜਨ ਲੱਗ ਪੈਂਦਾ ਹੈ, ਉਹਦੇ ਸਾਹਮਣੇ ਵੀ ਖਲੋ ਜਾਂਦਾ ਹੈ। ਆਪ ਵੰਜਾਵਣਾ, ਜੇ ਤੂੰ ਗੁਰੂ ਨਾਲ ਹੀ ਝਗੜਾ ਪਾ ਲੈ, ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਨਾਲੇ ਕਰੇ ਸਿੱਖ ਕਹੇ ਤੇ ਨਾਲੇ ਝਗੜਾ ਪਾ ਲੈ, ਮਹਾਰਾਜ ਜੀ ਕਹਿੰਦੇ ਉਹਦਾ ਕੁਛ ਨਹੀਂ ਜਾਣਾ, ਤੂੰ ਆਪਣਾ ਆਪ ਹੀ ਗਵਾਵੇਂਗਾ। ਜਿਸ ਨਾਲ ਸੰਗਤ ਕਰ ਸਰੀਕੀ, ਜਿਸ ਨਾਲ ਸੰਗਤ, ਫਿਰ ਸੁਣਿਓ, ਕਰ ਸ਼ਰੀਕੀ, ਇਹਨੂੰ ਥੋੜਾ ਇਸ ਤਰ੍ਹਾਂ ਪਾਠ ਕਰ ਲਈਏ। ਜਿਸ ਵਾਹਿਗੁਰੂ ਜੀ ਨਾਲ ਤੇਰੀ ਸੰਗਤ ਹੈ, ਇੱਥੇ ਵੀ ਤੇਰੇ ਨਾਲ ਤੇ ਉੱਥੇ ਵੀ ਤੇਰੇ ਨਾਲ, ਉਹ ਕਮਲਿਆ ਬੰਦਿਆ ਤੂੰ ਉਹਨੂੰ ਹੀ ਸ਼ਰੀਕ ਬਣਾਉਣ ਲੱਗ ਪਿਆ। ਉਹ ਸ਼ਰੀਕ ਨਹੀਂ, ਪਰ ਤੂੰ ਸ਼ਰੀਕੀ ਕਰ ਰਿਹਾ। ਜਿਸ ਨਾਲ ਤੇਰੀ ਸੰਗਤ, ਜਿਹਦੇ ਨਾਲ ਤੂੰ ਚੰਗਾ ਲੱਗਣਾ, ਤੂੰ ਉਹਨੂੰ ਸ਼ਰੀਕ ਸਮਝ ਰਿਹਾ, ਉਹਨੂੰ ਆਪਣਾ ਵਿਰੋਧੀ ਸਮਝ ਰਿਹਾ ਹੈ। ਜਾਏ ਕਿਆ ਰੂਹਾਂ ਬਣਾ, ਉਹ ਪਿਆਰਿਆ, ਜੇ ਤੂੰ ਉਹਨੂੰ ਸ਼ਰੀਕ ਸਮਝਣ ਲੱਗ ਪਿਆ, ਕਿੱਥੇ ਜਾ ਕੇ ਰੋਵੇਂਗਾ, ਕਿੱਥੇ ਕਲਪੇਗਾ ਜਾ ਕੇ। ਪਰਮਾਤਮਾ ਨਾਲ ਇਸ ਤਰ੍ਹਾਂ ਝਗੜੇ ਨਹੀਂ ਪਾਈਦੇ। ਜੋ ਦੇ ਸਹਿਣਾ ਮਨਹਿ ਕਹਿਣਾ, ਵਾਹਿਗੁਰੂ ਜੋ ਦੇ ਸਹਿਣਾ ਮਨਹਿ ਕਹਿਣਾ, ਕਦੀ ਸ਼ਰੀਕ ਨਹੀਂ ਬਣਨਾ, ਕਦੀ ਝਗੜਾ ਨਹੀਂ ਪਾਣਾ। ਜੋ ਕੁਝ ਦਿੰਦਾ ਹੈ ਨਾ, ਬਸ ਝੋਲੀ ਅੱਡ ਕੇ ਆਪਣੀ ਝੋਲੀ ਚ ਪਾ ਲੈ। ਉਹ ਦੁੱਖ ਦੇਵੇ, ਸੁੱਖ ਦੇਵੇ, ਖੁਸ਼ੀ ਦੇਵੇ, ਗਮੀ ਦੇਵੇ, ਮਾਨ ਦੇਵੇ, ਅਪਮਾਨ ਦੇਵੇ। ਸਾਚੇ ਵੀ ਗੁਰੂ ਰਾਮਦਾਸ ਦੇ ਬਚਨ, ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਪਿਆਰਿਆ, ਜੋ ਕੁਝ ਕਰਦੇ ਨੇ ਬਸ ਉਹਨੂੰ ਸਤ ਬਚਨ ਕਰਕੇ ਮੰਨ ਲੈ। ਆਖ ਨਾਹੀ ਵਾਵਣਾ, ਇਹ ਨਹੀਂ ਕਹਿਣਾ ਤੂੰ ਮਾੜਾ ਕੀਤਾ। ਗੁਰਮੁਖੋ, ਸੱਚੀ ਜੇ ਗੁਰੂ ਸਾਹਿਬ ਨੇ ਕਦੀ ਨਹੀਂ ਕਿਹਾ, ਕਦੀ ਇਹ ਨਹੀਂ ਕਹਿਣਾ ਤੂੰ ਮਾੜਾ ਕਰ ਦਿੱਤਾ। ਮੈਂ ਜਦੋਂ ਸਵੇਰੇ ਇਹ ਗੁਰਮੁਖ ਪਿਆਰੇ ਹੁਕਮਨਾਮਾ ਲੈ ਰਹੇ ਸਨ ਨਾ, ਸੱਚੋ ਕਥਾ ਹੁੰਦੀ, ਧਿਆਨ ਤੇ ਜਾਂਦਾ ਹੀ ਨਾ ਵੀ ਅੱਜ ਕੀ ਸੇਵਾ ਕਰਾਂਗੇ। ਮੇਰਾ ਧਿਆਨ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚਲਾ ਗਿਆ। ਮੈਨੂੰ ਦੱਸੋ, ਕੋਈ ਪੈਗੰਬਰ ਦੁਨੀਆ 'ਚ ਐਸਾ ਹੋਇਆ ਹੈ? ਕਿਸੇ ਨਾਲ ਮੈਂ ਤੁਲਨਾ ਵੀ ਨਹੀਂ ਦੇਣੀ, ਉਹ ਤਾਂ ਹੈ ਹੀ ਇਕੱਲਾ। ਇਕੱਲੇ ਦੀ ਤੁਲਨਾ ਹੁੰਦੀ ਹੈ ਕਦੀ? ਭਾਈ ਗੁਰਦਾਸ ਸਾਹਿਬ ਦੂਜੇ ਨੇ ਸ਼ਬਦ ਵਰਤਿਆ ਨਾ, ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ। ਉਸ ਇਕੇਲੇ ਦਾ ਅਰਥ ਹੈ ਜਿਹੜਾ ਹੈ ਹੀ ਇਕੱਲਾ, ਦੀਜੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਯਾਦ ਰੱਖਿਓ, ਇਸ ਇਕੱਲੇ ਦੀ ਕੋਈ ਪਰਿਭਾਸ਼ਾ ਹੀ ਨਹੀਂ ਜੀ। ਉਹਦੇ ਬਰਾਬਰ ਕੋਈ ਹੋਵੇਗਾ ਤਾਂ ਆਪਾਂ ਤੁਲਨਾ ਦਿਆਂਗੇ ਨਾ। ਜੋ ਕੀਤਾ ਸਤ ਬਚਨ, ਮਹਾਰਾਜ ਸਤ ਆਪਣਾ ਪੋਹ ਨੂੰ ਚਮਕੌਰ ਸਾਹਿਬ ਆ ਗਏ। ਇਸ ਬਾਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰ ਸਾਲ ਆਪਾਂ ਕਰਨੇ ਆ। ਇਸ ਬਾਰੇ 17 ਦਾ ਮੇਰਾ ਖਿਆਲ ਦਸੰਬਰ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਆ ਗਿਆ, ਇਸ ਕਰਕੇ ਅਸੀਂ ਸਮਾਗਮ ਵੀ ਥੋੜ੍ਹੇ ਜਿਹੇ ਪਹਿਲਾਂ ਕਰ ਲਏ ਨੇ। ਚਮਕੌਰ ਸਾਹਿਬ ਦੇ 11 ਦਸੰਬਰ ਤੋਂ ਦੱਸ ਦਿਆਂਗੇ ਆਪ ਜੀ ਨੂੰ। ਅੱਲਾ ਯਾਰ ਖਾਂ ਜੋਗੀ ਨੇ 17 ਲਿਖੀਆਂ। ਚਲੋ ਬੜੀ ਵਾਰੀ ਕਥਾ ਕੀਤੀ ਜੀ। ਸਵੇਰੇ 8 ਪੋਹ ਹੋਣਾ ਹੈ। ਮਹਾਰਾਜ ਵੇਖੋ, ਅੱਜ ਜਿਹਨੂੰ ਡਿਪਰੈਸ਼ਨ ਕਹਿੰਦੇ ਆ, ਸਟਰੈਸ ਕਹਿੰਦੇ ਆ, ਇੱਥੇ ਨਿਆਣਾ ਪ੍ਰਦੇਸ਼ ਚਲਾ ਜਾਏ, ਕਿਤੇ ਘਾਟਾ ਪੈ ਜਾਏ, ਬੰਦੇ ਦਿਮਾਗੀ ਤੌਰ ਤੇ ਪਾਗਲ ਹੋ ਜਾਂਦੇ ਆ।
जिस सतगुरु जी ने सारा दृश्य देखिया, आनंदपुर साहब छड्या है, सरसा दा रोड देखिया, सिख रुड़दे देखिया, भाई बचित्र सिंह वर्गे जख्मी देखिया जी, कोटला निहंका भाई उदय सिंह शहीद होंदे देखे, जेड़े अनेकां सिंह राज जूझदे देखे आए आ गढ़ी च प्रवेश किया। प्यारिओ इहो जिहा जलाल किसे पैगंबर ते नहीं। अल्लाह यार खां जोगी दे शब्द वो कहंदा रात महाराज बैठिया, जब 1.5 घड़ी रात गुजरी जिक्रे खुदा में, खैमे से निकल आए सरकार हवा में। कमाल दी तर्जमानी की ओदी कल्पना ने, कहंदा जब 1.5 घड़ी रात गुजरी जिक्रे खुदा में, खैमे से निकल आए सरकार हवा में, कदमों से टहलते थे मगर दिल था दुआ में, बोले ऐ खुदावंद खुश हूं तेरी रजा में, करतार से कहते थे गोया रूबरू होकर, कल जाऊंगा मैं चमकौर से सुरखरू होकर। मैं तेरा हूं बच्चे भी मेरे तेरे हैं मौला, थे तेरे हैं तेरे रहेंगे तेरे दाता, जिस हाल में रखे वही खाल है अच्छा, जुज शुक्र के आने का जुबान पर नहीं शिकवा, जिस तरह तुसी रखोगे मैं उसी तरह रहांगा। ये तो चलो कवि की कल्पना है ना जी, कि मैं भी तेरा मेरे बच्चे भी तेरे। जदों मैं ये गंजे शहीदां पढ़िया, बहुत सारे विद्वानों ने ये अर्थ कर दिते आ। फिर जदों सतगुरु ने जफरनामा लिखा, इसका मतलब अल्लाह यार को दी नज़र चो जफरनामा निकलिया। उत्थे महाराज जी का एक शेर है, औरंगजेब तुरा कर नजर हस्त बार लश्कर वाजार। मैं अर्थ कर देना, तुरा कर नजर हस्त बार लश्कर वाजार, तेरी नजर अपनी फौज ते अपने खजाने ते है, ते मेरी नजर तेरी मेरी सोच च बड़ा फर्क है। तुरा कर नजर हस्त बर लश्कर वाजार के मारा निगाह अस्त यजदा शुकर, तू अपने खजाने ते लश्कर वाल ध्यान देना। याद रखी मैं पुत्रां दी लाश कोलों निकलदा रब दे शुकराने वाल ध्यान देना। मैं फिर बेनती करांगा जी, सिक्खी आख है सामी स्वामी नाल लड़ना नहीं प्यारिओ, दुख भी होदा ते सुख भी होदा। बस हाँ एक अरदास करनी है, मनण दी ताकत दे दे, क्योंकि जबान नाल क्या नहीं मन्निया जाता। सच्चे पातशाह कहते ना, गुरु नानक साहब कहते ना झगड़ा नहीं करीदा, जिन्हें तुम रखना वो ने लड़न लग पिया है। वारी खसम कढ़ाए किरत कमावना, प्यारे जो किरत कमा के आए हैं ਉਹ जी मनुखा जन्म दी वारी मिली है। सब उपायन आप, सब कुछ वाहिगुरु जी ने सृष्टि आप उपाई है। आपे नदर करे, आपे ही करता पुरख वाहिगुरु अपनी नदर करदा है। कौड़ा कोई ना मांगै मीठा सब मांगै। कहंदे ने वेखो दुनिया दी आश्चर्य खेड़ है, सारे बंदे मिठे ही मंगदे आ, कौड़ा कोई नहीं मंगता। इत्थे मिठे दा अर्थ करांगे सुख, कौड़े दा अर्थ है दुख। जिन्ने आपां उन्ने सुख मंगना है। महाराज कहंदे नहीं प्यारिओ, कोई दुनिया च नहीं कहंदा मैनूं दुख मिले, पर दुख अणमंगिया मिलदा है। श्री राग च एक बचन है, सुख को मांगै सब को दुख ना मांगै कोई, सुख है को दुख अगला मनमुख बूझ ना होए। सारे लोग मिठा मंगदे आ, कौड़ा कोई नहीं मंगदा। सब कोई मीठा मंग देखै खसम भावै सो करे। महाराज कहंदे सारे सौखी मंगण आउंदे ने, पर प्यारिओ एक गल ज़हन च लैके जाइओ, मिलना वो कुछ है जो कुछ खसम नूं पाउंदा पिया है। आपां तां कहने आ कुछ दे, पर मिलेगा वो मिठा मंगण आया नहीं मिल सकता। जो खसम नूं पा रिहा वो मिलेगा। किच पुण्य दान अनेक करनी, महाराज कहंदे ने अनेकां पुण्य दान करने, अनेकां कर्म कांड करने, नाम तुल ना समसारे। प्यारे चेते रखी नाम दे बराबर कुछ नहीं हो। सिमरन कर वाहिगुरु जप गुरु गुरु बोल, पर हाँ सतगुरु वाला हो के। ये गल याद रखियो, वाहिगुरु तां जिन्हें ना नहीं सिमरन अपना अमृत छकिया भी जप सकता, कोई थोड़ा है। पर उंज गुरु अमरदास का एक बचन आता, मनमुख भगत करें बिन सतगुर भगत ना होई राम। स्टैंप तो गुरु ने लानी है ना, सर्टिफिकेट भावें अपना गोल्ड रंग का भी छपा लो, जे अगले ने सिग्नेचर ही नहीं किए तो सर्टिफिकेट की की वैल्यू है।
ਪਿਆਰਿਓ, ਗੁਰੂ ਜੀ ਗੁਰਮਤ ਦੀ ਦਾਤ ਦੇ ਕੇ ਮੋਹਰ ਲਾਉਂਦੇ ਆ। ਮਹਾਰਾਜ ਕਹਿੰਦੇ ਪੁੰਨ ਦਾਨ ਨਾਮ ਦੇ ਤੁਲ ਕੁਛ ਵੀ ਨਹੀਂ। ਨਾਨਕਾ ਜਿਨ ਨਾਮ ਮਿਲਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਨਾਮ ਮਿਲਿਆ ਹੈ, ਕਰਮ ਹੋਵਾ ਧੁਰ ਕਦੇ। ਉਹਨਾਂ ਦੇ ਧੁਰ ਕਦੀ ਨਾ ਕਦੀ। ਇਸ ਗੱਲ ਨੂੰ ਸੁਣਿਓ, ਜੇ ਆਪ ਜੀ ਨਾਮ ਜਪ ਰਹੇ ਹੋ, ਬਾਣੀ ਪੜ੍ਹ ਰਹੇ ਹੋ, ਗੁਰੂ ਸਾਹਿਬ ਕਹਿੰਦੇ ਕਦੀ ਮਾਲਕ ਨਾਲ ਝਗੜਾ ਨਹੀਂ ਕਰਨਾ। ਕਿਤੇ ਧੁਰ ਤੇਰੇ ਚੰਗੇ ਭਾਗ ਸਨ ਤੇ ਤੇਰੇ ਤੇ ਕਿਰਪਾ ਹੋਈ ਤਾਂ ਤੂੰ ਨਾਮ ਜਪ ਰਿਹਾ ਹੈ, ਤਾਂ ਤੂੰ ਬੰਦਗੀ ਕਰ ਰਹੇ। ਕਦੇ ਤੇਰੇ ਤੇ ਇਹ ਬਖਸ਼ਿਸ਼ ਹੋਈ ਹੈ। ਸਭ ਉਪਾਇਨ ਆਪ, ਸਾਰੀ ਸ੍ਰਿਸ਼ਟੀ ਕਰਤੇ ਪੁਰਖ ਨੇ ਆਪ ਉਪਾਈ ਹੈ। ਆਪੇ ਨਦਰ ਕਰੇ। ਆਪੇ ਹੀ ਕਰਤਾ ਪੁਰਖ ਵਾਹਿਗੁਰੂ ਸਭ ਦੇ ਉੱਤੇ ਨਦਰ ਕਰਦਾ ਹੈ। ਗੁਰਮੁਖੋ, ਇਹ ਸੀ ਅੱਜ ਦਾ ਸ਼ੰਤ। ਬਸ ਜੋ ਸਤਿਗੁਰਾਂ ਨੇ ਕਿਹਾ ਹੈ ਨਾ ਜੀ, ਆਪਾਂ ਬੇਨਤੀ ਕਰੀਏ ਮਹਾਰਾਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਇਹ ਸਾਡੇ ਹਿਰਦੇ 'ਚ ਵਸ ਜਾਏ। ਕਰਿਓ, ਕਿਉਂਕਿ ਇਹ ਨਿਚੋੜ ਹੈ ਜੀ। ਮੈਂ ਅਤੀ ਸਨਮਾਨਯੋਗ ਸਾਡੇ ਪ੍ਰਧਾਨ ਸਾਹਿਬ ਇਹ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ, ਤਕਰੀਬਨ ਮੈਨੂੰ 18-19 ਸਾਲ ਹੋ ਗਏ ਆ ਜੀ ਮਸਕੀਨ ਸਾਹਿਬ ਤੋਂ ਬਾਅਦ। ਇਹਨੂੰ ਬਟਰਿੰਗ ਨਹੀਂ, ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੈ। ਜੋ ਸੱਚਾਈ ਉਹਨੂੰ ਤੇ ਸੱਚਾਈ ਕਹੋ। ਕਈ ਵਾਰੀ ਕਹਿੰਦੇ ਵੀ ਇਹ ਬਟ ਉਹ ਜਿਹੜਾ ਚੰਗਾ ਕੰਮ ਹੋ ਰਿਹਾ ਹੈ, ਮੇਰਾ ਨਹੀਂ ਖਿਆਲ ਮੇਰੇ ਇੰਨੇ ਸਮੇਂ 'ਚ ਕਥਾ ਦੀ ਦੂਰ ਦੀ ਗੱਲ ਕੋਈ ਪ੍ਰਧਾਨ ਮੱਥਾ ਟੇਕਣ ਵੀ ਨਹੀਂ ਸੀ ਆਇਆ ਇੱਥੇ। ਪਰ ਸਤਿਗੁਰੂ ਅੱਗੇ ਅਰਦਾਸ ਹੈ, ਭਲਾ ਸਭ ਦਾ ਹੋਵੇ, ਸਾਰੀ ਦੁਨੀਆ ਭਲੇ 'ਚ ਹੋਵੇ, ਪਰ ਸੱਚੇ ਪਾਤਸ਼ਾਹ ਮੇਰੀ ਕੌਮ ਨੂੰ ਇਕੱਠ ਬਖਸ਼ ਦੇ, ਸਾਰਿਆਂ ਦਾ ਭਲਾ ਹੋਵੇ। ਜੇ ਆਪਾਂ ਕਹੀਏ ਜੀ ਇਹ ਕੌਮ ਦਾ ਕਿਉਂ ਕਹਿੰਦੇ ਆ, ਪਿਆਰਿਓ ਕੌਮ ਹੋਵੇਗੀ ਤੇ ਸਰਬੱਤ ਦਾ ਭਲਾ ਮੰਗੇਗੀ ਜੀ। ਕੌਮ ਹੀ ਨਾ ਰਹੀ ਤੇ ਸਰਬੱਤ ਦਾ ਭਲਾ ਕਿੰਨੇ ਮੰਗਣਾ ਹੈ। 18ਵੀਂ ਸਦੀ 'ਚ ਕਿਹਾ ਗਿਆ ਸੀ ਨਾ, पंथ की रहेगी तो ग्रंथ की रहेगी महाराज, पंथ ही ना रहा तो ग्रंथ को कौन मानोगो। जे पंथ ही ना रहा था, सतगुरु कृपा करे सानू एक सुरता एक सारता बख्शे। आओ जी सारे कृपा करो, सारे बोलियो जी जिवें रोज आप कृपा कर रहे हो। सतनाम वाहे गुरु, सतनाम वाहे गुरु। ਸਿੰਘੋ ਉੱਚੀ ਆਵਾਜ਼ 'ਚ। सतनाम वाहे गुरु, सतनाम वाहे गुरु। सतनाम वाहे गुरु, सतनाम वाहे गुरु। वाह 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 वाह। सतनाम वाहे गुरु, सतनाम वाहे गुरु। सतनाम वाहे गुरु, सतनाम वाहे गुरु।
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਿਤਾ ਜੀ, ਆਪ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਜਿੰਨੀ ਕੁ ਆਪ ਜੀ ਨੇ ਸੋਝੀ ਸਮੱਤ ਬਖਸ਼ੀ ਸਤਿਗੁਰੂ ਕੀਤੀ ਹੈ। ਸ਼ਬਦ ਆਪ ਜੀ ਦਾ ਅਗਾਧ ਬੋਧ ਹੈ, ਸਾਡੀ ਬੁੱਧੀ ਸੀਮਤ ਹੈ, ਬਹੁਤ ਭੁੱਲਾਂ ਹੋਈਆਂ ਨੇ ਸੰਗਤ ਜੀ, ਬਖਸ਼ ਦੇਣਾ। ਆਓ ਅੰਮ੍ਰਿਤ ਸ਼ਬਦ ਦੇ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਵਾ ਧੁਰ ਕਦੇ, ਸਭ ਉਪਾਇਨ ਆਪ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ